ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਫਿਰ ਤੋਂ ਸਾਡੇ ਨਾਲ ਜੁੜ ਗਏ ਹੋ। ਨਵਾਂ ਟਵਿਸਟ ਹੈ ਜੀ। ਲੰਗਾਹ ਦੇ ਨਾਲ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਔਰਤ ਕਹਿੰਦੀ ਹੈ ਜੀ ਮੈਨੂੰ ਤਾਂ ਸਾਰੀ ਉਂਗਲ ਹੀ ਹੈ ਜਿਹੜੀ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ ਲਾਈ ਸੀ। ਕਹਿੰਦੇ ਠੀਕ ਹੈ ਮੇਰੇ ਕਹਿੰਦੇ ਰਿਸ਼ਤੇ ਨੇ, ਮੇਰੇ ਲੰਗਾਹ ਨਾਲ ਦੇ ਰਿਸ਼ਤੇ ਹੈ, ਪਰ ਹੈਰਾਨੀ ਦੀ ਗੱਲ ਹੈ ਕਿ 2017 ਦੇ ਵਿੱਚ ਇਹ ਮਾਮਲਾ ਆਇਆ, ਅੱਜ ਉਹ ਕਿਉਂ ਸਾਹਮਣੇ ਆਈ ਹੈ। ਸੋ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇਸ ਔਰਤ ਵੱਲੋਂ ਜਿਹੜਾ ਹੈ ਉਹ ਦੋਸ਼ ਜਿਹੜੇ ਹੈ ਲਾਏ ਗਏ ਨੇ ਅਤੇ ਰੰਧਾਵਾ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਔਰਤ ਦਾ ਨਾ ਸੰਬੰਧ ਹੈ, ਨਾ ਹੀ ਵਾਇਰਲ ਵੀਡੀਓ ਕਰਨ ਦਾ। ਪਹਿਲਾਂ ਔਰਤ ਜਬਰ ਜਨਾਹ ਦੇ ਇਲਜ਼ਾਮ ਲਾਉਂਦੀ ਹੈ, ਬਾਅਦ 'ਚ ਮੁੱਕਰ ਜਾਂਦੀ ਹੈ। ਰੰਧਾਵਾ ਨੇ ਕਿਹਾ ਕਿ ਅਸੀਂ ਮਾਣਹਾਨੀ ਦੇ ਕੇਸ ਜਿਹੜਾ ਕਰਾਂਗੇ। ਮੇਰੇ ਨਾਲ ਸ਼ਵਿੰਦਰ ਜੀ ਹੈ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਰ, ਮਿਹਰਬਾਨੀ। ਸ਼ਵਿੰਦਰ ਜੀ ਡਰਾਮਿਆਂ ਦਾ ਦੌਰ ਸ਼ੁਰੂ ਹੋ ਗਿਆ। ਹਾਂਜੀ, ਅਸਲ 'ਚ ਇਹਨਾਂ ਦਾ ਇਸ ਤਰ੍ਹਾਂ ਦੀਆਂ ਇਹਨਾਂ ਚੀਜ਼ਾਂ ਦਾ ਕੋਈ ਮੂੰਹ ਸਿਰਾ ਹੁੰਦਾ ਨਹੀਂ ਹੈਗਾ, ਪਰ ਇੱਕ ਗੱਲ ਹੈ ਕਿ ਥੋੜਾ ਲੋਕਾਂ ਦੇ ਵਿੱਚ ਲਈ ਉਹ ਖਿੱਚ ਦਾ ਕੇਂਦਰ ਹੁੰਦੀਆਂ ਨੇ ਵੀਡੀਓ। ਇਹਦੇ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਅਸੀਂ ਪਹਿਲਾਂ ਵੀ ਦੇਖਿਆ ਵੀ ਪਹਿਲਾਂ ਦੋਸ਼ ਲਾਏ ਜਾਂਦੇ ਨੇ, ਫਿਰ ਮੁੱਕਰ ਜਾਂਦੇ ਨੇ, ਮਤਲਬ ਸਮੇਂ-ਸਮੇਂ ਤੇ ਪੈਂਤਰੇ ਬਦਲੇ ਜਾਂਦੇ ਹੈਗੇ ਨੇ। ਖੈਰ ਸਿੱਧੀ ਤਾਂ ਸਾਫ਼ ਹੈ ਕਿ ਉਹਨੇ ਗੱਲ ਮੰਨੀ ਹੈ ਵੀ ਉਹਦੇ ਲੰਗਾਹ ਨਾਲ ਰਿਲੇਸ਼ਨ ਸੀ, ਕਿਉਂਕਿ ਉਹਦੀ ਆਪਣੀ ਮਰਜ਼ੀ ਹੈ, ਉਹਦਾ ਹੱਕ ਹੈ ਵੀ ਉਹ ਰੱਖੇ ਨਾ ਰੱਖੇ। ਪਰ ਇਹਦੇ ਵਿੱਚ ਹੁਣ ਚੱਕਰ ਇਹ ਨਾ ਵੀ ਇੰਨੀ ਦੇਰ ਬਾਅਦ ਮਤਲਬ ਇਹ ਮਾਮਲਾ ਸਾਹਮਣੇ ਆਉਂਦਾ ਹੈਗਾ ਵੀ ਪਹਿਲਾਂ ਤਾਂ ਉਸ ਨੂੰ ਜਿਹੜੇ ਤੁਹਾਡੇ ਫਿਜ਼ੀਕਲ ਰਿਲੇਸ਼ਨ ਨੇ ਉਹਨੂੰ ਤੁਸੀਂ ਰੇਪ ਦਾ ਨਾਂ ਦਿੰਦੇ ਹੈਗੇ ਹੋ, ਬਾਅਦ ਵਿੱਚ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਉਹ ਤਾਂ ਮੇਰੇ ਸੰਬੰਧ ਸੀਗੇ ਤੇ ਉਹ ਤਾਂ ਫਲਾਣੇ ਲੀਡਰ ਕਰਕੇ ਏਦਾਂ ਹੋਇਆ। ਇਹ ਹੁਣ ਇਹਦੇ ਵਿੱਚ ਕੱਢਣ ਪਾਉਣ ਨੂੰ ਮੈਨੂੰ ਨਹੀਂ ਲੱਗਦਾ ਵੀ ਕੁਛ ਮਿਲੂਗਾ, ਪਰ ਇਹਦੇ ਵਿੱਚ ਇਹ ਹੈਗਾ ਵੀ ਇਹਦੇ ਕੁਛ ਆਪਣੇ ਕੀ ਏਜੰਡੇ ਹੋਣਗੇ ਇਹਦੇ ਵਿੱਚ ਸਾਰੇ ਕਹਾਣੀ ਦੇ। ਉਸ ਹੌਲੀ ਹੌਲੀ ਪਰਤ ਕਈ ਵਾਰ ਖੁੱਲਦੇ ਆ, ਕਈ ਵਾਰ ਨਹੀਂ ਵੀ ਖੁੱਲਦੇ ਇਹੋ ਜਿਹੇ ਮਸਲਿਆਂ ਦੀ, ਸਿੱਧੀ ਜੀ ਗੱਲ ਹੈ। ਪਰ ਇਹ ਮੀਡੀਆ ਲਈ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਇੱਕ ਤਰ੍ਹਾਂ ਦੀ ਸੁਰਖੀ ਬਣ ਜਾਂਦੀਆਂ ਨੇ, ਮੀਡੀਆ ਲਈ ਬਣਦੀ ਹੈ। ਤੇ ਸੋਚਣ ਦੀ ਗੱਲ ਵੀ ਹੈ ਸ਼ਵਿੰਦਰ ਜੀ, ਇਹ ਸਹੀ ਮੰਨੇ 'ਚ ਆਪਾਂ ਗੱਲ ਕਰੀਏ, ਕਿਉਂਕਿ ਦੇਖੋ ਗੱਲ ਕਹਿੰਦੀ ਠੀਕ ਹੈ, ਇੱਥੋਂ ਹੀ ਤਾਂ ਗੱਲਾਂ ਉਪਜਦੀਆਂ ਨੇ ਜਿੱਥੋਂ ਆਪਾਂ ਮੀਡੀਆ ਵਾਲਿਆਂ ਨੇ ਗੱਲ ਫੜਨੀ ਹੁੰਦੀ ਹੈ। ਉਹ ਕਹਿੰਦੀ ਹੈ ਜੀ ਵੀ ਲੰਗਾਹ ਨੇ ਮੇਰੀ ਜਿਹੜੀ ਜਾਇਦਾਦ ਧੋਖੇ ਨਾਲ ਵੇਚ ਦਿੱਤੀ ਸੀ ਤੇ ਲੱਖਾਂ ਰੁਪਏ ਹੜੱਪ ਲਏ ਸੀ। ਇਹਦਾ ਮਤਲਬ ਫਿਰ ਬਾਅਦ ਦੇ ਵਿੱਚ ਜੇ ਸੈਟਲਮੈਂਟ ਹੋਈ ਹੈ ਤਾਂ ਫਿਰ ਲੰਗਾਹ ਨੇ ਕੋਈ ਉਹਦੇ ਪੈਸੇ ਪੂਸੇ ਮੋੜੇ ਹੋਣਗੇ। ਕੋਈ ਦੋ ਰਾਏ ਨਹੀਂ ਆਪਣਾ ਦਾਨਿਆਲੀ ਸਾਹਿਬ, ਇਹਦੇ ਵਿੱਚ ਇਹ ਹੋਇਆ ਹੋਏਗਾ। ਇਹਦੇ ਵਿੱਚ ਤੁਸੀਂ ਕਿਉਂਕਿ ਲੰਗਾਹ ਦੇ ਬਾਰੇ ਨਾ ਜੇ ਕਹਾਣੀਆਂ ਲੰਗਾਹ ਬਾਰੇ, ਸੁੱਚਾ ਸਿੰਘ ਲੰਗਾਹ ਬਾਰੇ ਉਦੋਂ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਦੋਂ ਤੁਹਾਨੂੰ ਯਾਦ ਹੋਣਾ ਵੀ ਸਾਹਮਣੇ ਆਉਣੀਆਂ ਗੱਲਾਂ ਤਾਂ ਕਾਫੀ ਚਿਰ ਦੀਆਂ ਹੋਣਗੀਆਂ। 2002 ਦੇ ਵਿੱਚ ਜਦੋਂ ਬਾਦਲ ਸਰਕਾਰ ਗਈ ਹੈ, ਉਹਦੇ ਵਿੱਚ ਕਈ ਸਾਰੇ ਬਾਦਲ ਸਰਕਾਰ ਦੇ ਮੰਤਰੀ ਨੇ ਜਿਹੜੇ 1997 ਤੋਂ ਲੈ ਕੇ 2002 ਤੱਕ ਰਹੇ ਨੇ, ਉਹਨਾਂ ਦੇ ਕਿੱਸੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਲੰਗਾਹ ਬਾਰੇ ਤੇ ਵੀ ਆ ਰਿਹਾ ਸੀ ਵੀ ਇੱਕ ਆਮ ਜਿਹਾ ਸੀਗਾ ਇਹ ਵਰਕਰ, ਉਦੋਂ ਚਲਦੇ ਨੇ ਕਿਵੇਂ ਆਪਣਾ ਮਤਲਬ ਇਹ ਸਾਰੀ ਜਾਇਦਾਦ ਬਣਾਈ, ਫਿਰ ਇਹਦੇ ਹੋਰ ਅੱਗਾ ਪਿੱਛਾ ਸਾਰਾ ਉਹਨਾਂ ਦਿਨਾਂ ਦੇ ਵਿੱਚ ਉਦੋਂ ਖੁਲਾਸੇ ਹੁੰਦੇ ਰਹੇ। ਸੋ ਮਸਲਾ ਕੀ ਹੈਗਾ ਕਿ ਲੰਗਾਹ ਦੇ ਨਾਲ ਵਿਵਾਦ ਤਾਂ ਜਿਸ ਵਕਤ ਮੈਨੂੰ ਯਾਦ ਹੈ 2002 ਤੋਂ ਜਦੋਂ ਮੀਡੀਆ 'ਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ 2002 ਦੇ ਜੁੜੇ ਹੋਇਆ, ਫਿਰ ਪਰਤ ਦਰ ਪਰਤ ਆਉਂਦੇ ਰਹੇ। ਤਾਂ ਜਿਹੜਾ ਰੇਪ ਕੇਸ ਨੇ ਉਹਨੂੰ ਨੈਤਿਕ ਤੌਰ ਤੇ ਵੀ ਬਹੁਤ ਵੱਡੀ ਸੱਟ ਮਾਰੀ। ਫਿਰ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਇੱਕ ਵਾਰ ਲੋਕ ਸਭਾ ਚੋਣਾਂ ਵੇਲੇ ਇਹ ਧਾਰਮਿਕ ਸਥਾਨ ਦੇ ਉੱਤੇ ਸੌਹਾਂ ਖਵਾਉਂਦਾ ਵੀ ਦਿਖਾਈ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਦੀ ਚੀਜ਼ਾਂ ਸੀਗੀਆਂ। ਤੇ ਜੇਕਰ ਇਹ ਹੁਣ ਪਹਿਲਾਂ ਜਾ ਕੇ ਉਹਨੇ ਮੰਨਿਆ ਵੀ ਹਾਂਜੀ ਉਹ ਜਾਇਦਾਦ ਦੱਬੀ ਸੀ, ਫਿਰ ਉਹਨੇ ਰਿਲੇਸ਼ਨਸ਼ਿਪ ਨੂੰ ਮੰਨ ਰਹੀ ਆ, ਇਹਦੇ ਵਿੱਚ ਕੋਈ ਨਹੀਂ ਦੋ ਰਾਏ ਵੀ ਉਹ ਮਾਮਲਾ ਜਿਹੜਾ ਹੋ ਸਕਦਾ ਸੁੱਚਾ ਸਿੰਘ ਲੰਗਾਹ ਨੇ ਆਪ ਹੀ ਸੈੱਟ ਕਰ ਦਿੱਤਾ ਹੋਵੇ। ਮਤਲਬ ਜਿਹੜਾ ਜ਼ਮੀਨ ਵਾਲੇ ਮਾਮਲੇ ਦੀ ਮੈਂ ਗੱਲ ਕਰ ਰਿਹਾ। ਬਿਲਕੁਲ ਇਹ ਤਾਂ ਹੋ ਜਾਂਦੇ ਆ ਨਾ ਬੜੇ ਵੱਡੇ ਮਾਮਲਿਆਂ ਦੇ ਵਿੱਚ। ਇਹੀ ਤਾਂ ਗੱਲ ਹੈ। ਦਫਾ 64 ਦੇ ਬਿਆਨ ਜਿਹੜੇ ਅੰਦਰ ਆਪਾਂ ਲਿਫਾਫਾ ਬੰਦ ਬਿਆਨ ਕਹਿੰਦੇ, ਉਹ ਨਾਲੇ ਕਿਹਾ ਜਾਂਦਾ ਵੀ ਮੁੱਕਰ ਨਹੀਂ ਸਕਦਾ ਕੋਈ, ਇਹ ਤਾਂ ਉਹਨਾਂ ਨੂੰ ਵੀ ਮੁੱਕਰ ਜਾਂਦੇ ਨੇ। ਸਹੀ ਜੀ। ਤੇ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਜੀ ਆਮ ਆਦਮੀ ਪਾਰਟੀ ਵਾਲੇ ਵੀ ਭਾਈ ਵੀਡੀਓ ਬਣਾਓ, ਆਡੀਓ ਬਣਾਓ। ਤੇ ਹੁਣ ਪਿੱਛੇ ਜੇ ਤਾਂ ਇਹ ਵੀ ਗੱਲ ਟ੍ਰੇਨਿੰਗ ਇਹ ਵੀ ਦਿੰਦੇ ਆ ਵੀ ਵੈਸੇ ਤਾਂ ਬੜੀ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਤੁਸੀਂ ਲੋਕਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਹੋ ਤੇ ਦੂਜੇ ਪਾਸੇ ਕਹਿੰਦੇ ਹੋ ਕਿ ਕੋਈ ਨਹੀਂ ਬੀਜੇਪੀ ਤੋਂ ਪੈਸੇ ਲੈ ਲਿਆ ਕਰੋ, ਸਾਨੂੰ ਵੋਟ ਪਾ ਦਿਆ ਕਰੋ। ਇਹ ਮੈਨੂੰ ਲੱਗਦਾ ਬੈਕਫਾਇਰ ਕਿ ਹੁੰਦਾ ਹੋ ਗਿਆ ਲੱਗਦਾ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਵੀਡੀਓਜ਼ ਤੋਂ ਬਾਅਦ ਆਡੀਓ ਰਿਲੀਜ਼ ਦਾ ਜਿਹੜਾ ਦੌਰ ਚੱਲ ਪਿਆ। ਅਸਲ 'ਚ ਆ ਜਿਹੜੀ ਤਾਜ਼ਾ ਇੱਕ ਤਾਂ ਆਈ ਹੈ ਹੁਣ ਵਾਲੀ, ਇਹ ਤੋਂ ਪਹਿਲਾਂ ਆਈ ਹੈ, ਇਹ ਹੁਣ ਕਈ ਸਾਰੇ ਮਾਮਲੇ ਸਾਹਮਣੇ ਆਉਣ ਲੱਗ ਗਏ ਨੇ। ਇੱਕ ਵਿੱਚ ਤਾਂ ਆ ਜਿਹੜੀ ਤਾਜ਼ਾ ਵੀਡੀਓ ਵਿੱਚ ਤਾਂ MLA ਸਾਹਿਬ ਕਹਿ ਰਹੇ ਨੇ ਵੀ ਉਹ ਸਾਰਾ ਜਿਹੜਾ ਹੈਗਾ 2 ਨੰਬਰੀ ਕੰਮ ਵੀ ਕਰਾ ਦੇਣਗੇ, ਕੋਈ ਚੱਕਰ ਨਹੀਂ ਹੈਗਾ। ਇਸ ਤੋਂ ਪਹਿਲਾਂ ਉਹਨਾਂ ਦੇ ਆਪਣੇ
ਉਹਨਾਂ ਦੇ ਇੱਕ MLA ਦੇ ਘਰੋਂ ਵੀ ਜਿਹੜਾ ਸਾਰਾ ਕੁਝ ਨਸ਼ਰ ਹੁੰਦਾ ਹੈਗਾ। ਇਹ ਮਤਲਬ ਲਗਾਤਾਰ ਜਿਹੜੀਆਂ ਵੀਡੀਓ ਆ ਰਹੀਆਂ ਨੇ ਨਾ, ਇਹਦੇ ਵਿੱਚ ਆਡੀਓ ਆ ਰਹੀਆਂ ਨੇ, ਉਹ ਇਹ ਦਿਖਾਉਂਦੀਆਂ ਹੈਗੀਆਂ ਨੇ ਕਿ ਅਸਲ 'ਚ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਟਿਕਟਾਂ ਟੁਕਟਾਂ ਵੰਡੀਆਂ ਨੇ, ਉਦੋਂ ਹੀ ਰੌਲਾ ਪੈਣ ਲੱਗ ਗਿਆ ਸੀਗਾ ਵੀ ਇਹਨਾਂ ਨੇ ਕਈ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਨੇ ਜਿਹੜੇ ਬੰਦੇ ਕਿਸੇ ਵੀ ਢੰਗ ਦੇ ਨਾਲ ਨਾ ਯੋਗ ਨਹੀਂ ਸੀ। ਪੈਸੇ ਲੈ ਕੇ ਟਿਕਟਾਂ ਦੇ ਵੀ ਦੋਸ਼ ਲੱਗਦੇ ਰਹੇ ਨੇ। ਇੱਥੋਂ ਤੱਕ ਕਿ ਇੱਕ ਤਾਂ ਵਿਧਾਇਕ ਨੇ ਟਿਕਟ ਮਿਲੀ ਹੋਈ ਸੀ ਇੱਕ ਵਿਅਕਤੀ ਨੂੰ, ਤਾਂ ਮਿਲੀ ਹੋਈ ਵਿੱਚੋਂ ਵੀ ਉਹਨੇ ਛੱਡ ਕੇ ਵੀ ਮੇਰੇ ਕੋਲੋਂ ਇੰਨੇ ਰੁਪਏ ਮੰਗਦੇ ਸੀ ਇਸ ਟਿਕਟ ਦੇ, ਮੈਂ ਆਪਣੀ ਟਿਕਟ ਵਾਪਸ ਕਰਕੇ ਕਾਂਗਰਸ ਪਾਰਟੀ ਵਿੱਚ ਚਲਾ ਗਿਆ ਸੀ, ਤੁਹਾਨੂੰ ਯਾਦ ਹੋਣਾ। ਸੋ ਇਹ ਫਿਰ ਜਲੰਧਰ ਦੇ ਵਿੱਚ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਹੀ ਕਾਂਗਰਸ ਵਾਲੇ ਪ੍ਰਗਟ ਸਿੰਘ ਨੇ ਇੱਕ ਇਹੋ ਜਿਹੇ ਵਿਅਕਤੀ ਨੂੰ ਲਿਆਂਦਾ ਜਿਹਨੇ ਦੋਸ਼ ਲਾਇਆ ਕਿ ਮੈਂ ਕੇਜਰੀਵਾਲ ਦੇ ਇੱਕ ਰਿਸ਼ਤੇਦਾਰ ਦੇ ਥਰੂ ਮਤਲਬ ਮੈਨੂੰ ਕਿਹਾ ਗਿਆ ਸੀਗਾ ਵੀ ਤੈਨੂੰ ਜਿਹੜਾ ਹੈਗਾ ਇਲੈਕਸ਼ਨ 'ਚ ਖੜਾ ਕੀਤਾ ਜਾਏਗਾ, ਤੇ ਉਹਦੇ ਵਿੱਚ ਉਹਨੇ ਕਹਿੰਦਾ ਵੀ ਮੈਂ ਰਿਟਾਇਰਮੈਂਟ ਦੇ ਸਾਰੇ ਪੈਸੇ ਆਪਣੇ ਉੱਥੇ ਲਾ ਦਿੱਤੇ ਹੈਗੇ ਨੇ। ਉਹ ਮੈਂ ਆਪਣੀ ਸਟੋਰੀ 'ਚ ਵੀ ਮੈਂਸ਼ਨ ਕੀਤਾ ਸੀ, ਜਿਹੜੀ ਆਮ ਆਦਮੀ ਪਾਰਟੀ ਦੇ ਉੱਤੇ ਤੇ ਪੂਰੀ ਪੰਜਾਬ ਜਰਨੀ 'ਚ ਸਟੋਰੀ ਕੀਤੀ ਸੀਗੀ। ਇਸੇ ਤਰ੍ਹਾਂ ਨਾਲ ਇਹ ਦੋਸ਼ ਲੱਗਦੇ ਰਹੇ। ਐਤਕੀ ਵੀ ਜੇ ਮੋਟੇ ਤੌਰ ਤੇ ਦੇਖਣਾ ਹੋਵੇ ਨਾ, ਇਹਨਾਂ ਨੇ ਘੱਟੋ ਘੱਟ 45 ਦੇ ਕਰੀਬ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਸੀ ਜਿਹਦੇ ਉੱਤੇ ਸ਼ਰੇਆਮ ਭ੍ਰਿਸ਼ਟਾਚਾਰ ਦੇ, ਬਦਅਖਲਾਕੀ ਦੇ ਜਾਂ ਕਈ ਤਰ੍ਹਾਂ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸੀ। ਉਹ ਮਤਲਬ ਉਹ ਦੋਸ਼ ਲੱਗਣ ਵਾਲੇ ਬੰਦਿਆਂ ਦੀ ਗਿਣਤੀ 40-45 ਤੋਂ ਉੱਪਰ ਸੀਗੀ, ਤੇ ਕਈਆਂ ਦੇ ਉੱਤੇ ਮਤਲਬ ਦੋਸ਼ ਸਿੱਧ ਨਹੀਂ ਹੋਏ ਹੁੰਦੇ ਜਾਂ ਕਈਆਂ ਦੇ ਉੱਤੇ ਮਾਮਲਾ ਨਹੀਂ ਦਰਜ ਹੋਇਆ ਹੁੰਦਾ। ਉਹ ਮਤਲਬ ਹੁੰਦਾ ਵੀ ਇਹਨਾਂ ਦਾ ਇਹਦਾ ਹਿਸਾਬ ਕਿਤਾਬ ਚੰਗਾ ਨਹੀਂ, ਉਹਨਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਕੁ ਹੋਊਗੀ। ਲੇਕਿਨ 45 ਤਾਂ ਉਹ ਸੀਗੇ ਜਿਹੜੇ ਵਿਵਾਦਾਂ ਵਿੱਚ ਸੀ, ਦਲ ਬਦਲੂ ਸੀਗੇ, ਹੋਰਨਾਂ ਪਾਰਟੀਆਂ ਵਿੱਚੋਂ ਆਏ ਹੋਏ ਸੀਗੇ। ਉਦੋਂ ਹੀ ਮਤਲਬ ਸਾਨੂੰ ਪਤਾ ਲੱਗ ਰਿਹਾ ਸੀ ਵੀ ਕਿਹੋ ਜਿਹਾ ਬਦਲਾਅ ਆਏਗਾ। ਪਰ ਚੱਕਰ ਇਹ ਸੀ ਕਿ ਪੰਜਾਬ ਦੇ ਲੋਕਾਂ ਕੋਲ ਹੋਰ ਕੋਈ ਚੁਆਇਸ ਨਹੀਂ ਸੀ। ਮਰਦੀ ਨੇ ਅੱਖ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ ਵਾਲਾ ਗਾਣਾ। ਉਹੀ ਹਾਲ ਕਿਉਂਕਿ ਕਾਂਗਰਸ ਪਾਰਟੀ ਤੋਂ ਲੋਕ ਖਫਾ ਸੀਗੇ, ਰਾਜ ਕਰਦੀ ਸੀ, ਸੱਤਾ ਵਿਰੋਧੀ ਹਵਾ ਸੀਗੀ। ਉਹਨਾਂ ਨੇ ਕੀਤਾ ਕੁਛ ਨਹੀਂ ਸੀ, ਵਾਅਦੇ ਪੂਰੇ ਨਹੀਂ ਕੀਤੀ ਤੇ ਅਸੀਂ ਕੈਪਟਨ ਦਾ ਰਾਜ ਹੋਵੇ ਜਾਂ ਚੰਨੀ ਦਾ ਰਾਜ ਹੋਵੇ ਉਹਦੇ ਵਿੱਚ ਵੀ ਡਰਾਮੇ ਰਹੇ। ਅਕਾਲੀਆਂ ਤੋਂ ਪਹਿਲੇ ਤਪੇ ਹੋਏ ਸੀ, ਬੇਅਦਬੀ ਵਾਲਾ ਮੁੱਦਾ ਸੀ ਤੇ ਅਕਾਲੀ ਦਲ ਆਪਣਾ ਕਿਰਦਾਰ ਨਹੀਂ ਠੀਕ ਕਰ ਸਕਿਆ ਸੀ ਇੰਨੇ ਸਮੇਂ ਦੇ ਵਿੱਚ। ਉਹ ਤਮਾਮ ਚੀਜ਼ਾਂ ਇਕੱਠੀਆਂ ਹੋ ਗਈਆਂ ਸੀ ਜਿਹਨੇ ਕਿ ਆਮ ਆਦਮੀ ਪਾਰਟੀ ਨੂੰ ਇੱਕ ਸਪੇਸ ਦਿੱਤੀ। ਜਾਂ ਕਹ ਲਓ ਵੀ ਜਿਹੜਾ ਕਿਸਾਨ ਅੰਦੋਲਨ ਸੀਗਾ, ਉਹਨੇ ਵੀ ਲੋਕਾਂ ਨੂੰ ਉਜਾਗਰ ਕੀਤਾ, ਉਹਨੇ ਬਹੁਤ ਵੱਡਾ ਉਜਾਗਰ ਕੀਤਾ, ਬਹੁਤ ਵੱਡਾ ਰੋਲ ਆ। ਕਿਸਾਨ ਅੰਦੋਲਨ 'ਚ ਪੰਜਾਬ ਦੇ ਵਿੱਚ ਘੱਟੋ ਘੱਟ 1000 ਦੇ ਕਰੀਬ ਲੈਕਚਰ ਹੋਇਆ ਹੋਣਾ ਵੱਖ-ਵੱਖ ਥਾਵਾਂ ਦੇ ਉੱਤੇ। ਇਹ ਮੋਟਾ ਜਿਹਾ ਅੰਦਾਜ਼ਾ ਮੇਰਾ ਕਿ 1000 ਦੇ ਕਰੀਬ ਲੈਕਚਰ ਹੋਏ ਨੇ। ਉਹਨਾਂ ਲੈਕਚਰਾਂ ਵਿੱਚ ਜਿਹੜਾ ਮੇਨ ਤੱਤ ਉੱਪਰ ਕੇ ਸਾਹਮਣੇ ਆਉਂਦਾ ਸੀਗਾ, ਜੇ ਆਪਾਂ ਵੋਟਾਂ ਵਾਲੇ ਹੀ ਮਸਲੇ ਨੂੰ ਦੇਖੀਏ ਤਾਂ ਉਹ ਇਹੀ ਆਉਂਦਾ ਸੀ ਕਿ ਪਰੰਪਰਾਗਤ ਪਾਰਟੀਆਂ ਨੇ ਤੁਹਾਡਾ ਬੇੜਾ ਗਰਕ ਕਰ ਦਿੱਤਾ ਤੇ ਇਹਨਾਂ ਦੇ ਕੋਲੋਂ ਤੁਸੀਂ ਆਪਣੇ ਆਪ ਜਿਹੜਾ ਨਿਜਾਤ ਪਾਓ। ਤੇ ਹੋਇਆ ਕੀ ਕਿ ਫਿਰ ਆਮ ਆਦਮੀ ਪਾਰਟੀ ਨੂੰ ਇਹ ਮਾਹੌਲ ਰਾਸ ਆਇਆ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਰੰਪਰਾਗਤ ਹੈ ਨਹੀਂ ਗੇ, ਸਾਨੂੰ ਇੱਕ ਮੌਕਾ ਦਿਓ। ਇੱਕ ਮੌਕਾ ਭਗਵੰਤ ਮਾਨ ਨੂੰ, ਇੱਕ ਮੌਕਾ ਕੇਜਰੀਵਾਲ ਨੂੰ। ਤੇ ਦੂਜੇ ਪਾਸੇ ਆਪਾਂ ਵੀ ਇਹਨਾਂ ਨੇ ਖੇਤੀ ਬਿੱਲਾਂ ਬਾਰੇ ਕੁਛ ਨਹੀਂ ਕੀਤਾ ਸੀਗਾ, ਪਰ ਜਿਵੇਂ ਕਿਸਾਨ ਜਿਹੜਾ ਉੱਥੇ ਦਿੱਲੀ ਪਹੁੰਚ ਗਏ, ਇਹਨਾਂ ਦੇ ਵਰਕਰਾਂ ਨੇ ਉੱਥੇ ਸੇਵਾ ਪਾਣੀ ਦਾ ਕੰਮ ਸ਼ੁਰੂ ਕਰ ਦਿੱਤਾ ਸੀਗਾ। ਹਾਲਾਂਕਿ ਲੋਕ ਭੁੱਲ ਗਏ ਸੀਗੇ ਕਿ ਉਸੇ ਮਹੀਨੇ ਨਵੰਬਰ ਮਹੀਨੇ ਦੇ ਵਿੱਚ ਹੀ ਜਦੋਂ ਸਾਡੇ ਕਿਸਾਨਾਂ ਨੇ ਦਿੱਲੀ ਬਾਰਡਰਾਂ ਉੱਤੇ ਪਹੁੰਚੇ, ਕੁਝ ਦਿਨ ਪਹਿਲਾਂ ਹੀ ਇਹ ਜਿਹੜੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਬਿੱਲ ਦੇ ਉੱਤੇ ਮੋਹਰ ਲਾ ਕੇ ਹਟੇ ਸੀ ਆਪਣੀ ਵਿਧਾਨ ਸਭਾ ਦੇ ਵਿੱਚ। ਬਾਅਦ ਵਿੱਚ ਫਿਰ ਜਦੋਂ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ, ਇਹਨਾਂ ਨੇ ਉਹ ਬਿੱਲ ਪਾੜਨ ਦਾ ਖੇਖੰਜਾ ਕੀਤਾ। ਸੋ ਮਤਲਬ ਕਹਿਣ ਦਾ ਹੈਗਾ ਕਿ ਲੋਕ ਨਾ ਪਛਾਣ ਨਹੀਂ ਸਕੇ, ਜਿਵੇਂ ਨਾ ਭਾਰਤ ਦੇ ਲੋਕ ਨਰਿੰਦਰ ਮੋਦੀ ਨੂੰ ਨਹੀਂ ਪਛਾਣ ਸਕੇ 2014 ਦੇ ਵਿੱਚ, ਵੀ ਉਹਨਾਂ ਨੂੰ ਲੱਗਿਆ ਵੀ ਕੋਈ ਬਹੁਤ ਵੱਡੀ ਵਿਕਾਸ ਦੀ ਨੇਰੀ ਆ ਰਹੀ ਹੈ। ਹੁਣ ਇੱਥੇ ਹੋ ਕੀ ਰਿਹਾ, ਸਾਰਾ ਕੁਛ ਹੀ ਤੁਹਾਡੇ ਆਪ ਹੁਣ ਖਬਰਾਂ ਆਉਣ ਲੱਗੀਆਂ ਨੇ ਵੀ ਆਮ ਆਦਮੀ ਪਾਰਟੀ ਪੱਤਰਕਾਰਾਂ ਦੇ ਉੱਤੇ ਵੀ ਸਰਵੇਲੈਂਸ ਕਰ ਰਹੀ ਹੈਗੀ ਆ, ਨਿਗਰਾਨੀ ਰੱਖ ਰਹੀ ਆ। ਕਈਆਂ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਮਾਮਲਾ ਸਾਹਮਣੇ ਆ ਗਿਆ ਹੈਗਾ, ਖਾਸ ਕਰਕੇ ਜਿਹੜੇ ਫ੍ਰੀਲਾਂਸਰ ਕਿਸਮ ਦੇ ਜਰਨਲਿਸਟ ਹੈਗੇ ਨੇ। ਤੇ ਇਸੇ ਢੰਗ ਦੇ ਨਾਲ ਹੀ ਮੀਡੀਆ ਦੇ ਉੱਤੇ ਦਬਾਅ ਪਾਉਣ ਵਾਲਾ ਵੀ ਕੰਮ ਸ਼ੁਰੂ ਆ ਗਿਆ। ਉਹ ਸਾਰਾ ਕੁਛ ਉਹੀ ਬੀਜੇਪੀ ਦੇ ਲੱਛਣਾਂ ਵਾਲਾ ਹੈਗਾ। ਇਸੇ ਢੰਗ ਨਾਲ ਹੀ ਜਿਹੜਾ ਖਜ਼ਾਨਾ ਜਾਂਦਾ, ਫਿਰ ਬਦਖਲਾਕੀਆਂ ਜਿਹੜੇ ਜਿਵੇਂ ਆਡੀਓ ਸਾਹਮਣੇ ਆ ਰਹੀ ਹੈ, ਜਾਂ ਫਿਰ ਤੁਹਾਡੀ ਸਰਕਾਰ ਨੂੰ ਦਿੱਲੀ ਤੋਂ ਕਿਵੇਂ ਚੱਲਦਾ ਹੈਗਾ, ਸਾਰਾ ਕੁਛ ਉਹ ਕੰਮ ਜਿਹੜਾ ਅਨਡੈਮੋਕ੍ਰੈਟਿਕ ਕੰਮ ਹੈ, ਜਿਹੜਾ ਦੂਜੀਆਂ ਪਾਰਟੀਆਂ ਕਰਦੀਆਂ ਸੀ, ਉਸ ਤੋਂ ਵੀ ਭੈੜੇ ਰੂਪ ਦੇ ਵਿੱਚ ਇਹ ਕਰ ਰਹੇ ਨੇ। ਮੈਂ ਭੈੜਾ ਰੂਪ ਤਾਂ ਕਹਿ ਰਿਹਾ ਉਸ ਤੋਂ ਕਿਉਂਕਿ ਦੂਜੀਆਂ ਪਾਰਟੀਆਂ ਨੇ ਕਦੇ ਐਂ ਨਹੀਂ ਕੀਤਾ ਵੀ ਸ਼ਰੇਆਮ ਜਿਹੜਾ ਉਹ ਆਪਣੇ ਹਾਈ ਕਮਾਂਡ ਤੋਂ ਆਦੇਸ਼ ਲੈਂਦੀਆਂ ਹੋਣ, ਜਾਂ ਫਿਰ ਠੀਕ ਆ ਅੰਦਰ ਖਾਤੇ ਹੁੰਦਾ, ਪਰ ਐਂ ਨਹੀਂ ਹੈਗਾ ਵੀ ਕੋਈ ਤੁਹਾਡਾ ਕੌਮੀ ਪ੍ਰਧਾਨ ਆ ਕੇ ਤੁਹਾਡੇ ਮੰਤਰੀਆਂ ਦੀ ਕਲਾਸ ਲਾਵੇ। ਏਦਾਂ ਤਾਂ ਕਦੇ ਵੀ ਨਹੀਂ ਹੋਇਆ ਹੈਗਾ। ਇਹ ਕੰਮ ਹੈ ਦੇਖਿਆ ਸਿਰਫ ਇੱਕ ਵਾਰ ਬੀਜੇਪੀ ਨੇ ਦੇਖਿਆ ਸੀ, ਜਦੋਂ ਨਰਿੰਦਰ ਮੋਦੀ ਦਾ 1 ਸਾਲ ਪੂਰਾ ਹੋਇਆ ਸੀ, ਉਹਨਾਂ ਦਾ ਸਾਰਾ ਮੰਤਰੀ ਮੰਡਲ ਹੈ ਉਹ RSS ਦੇ ਦਫ਼ਤਰ ਪਹੁੰਚ ਗਿਆ ਸੀਗਾ। ਤੇ
ਇਹ ਦੇਖਿਆ ਤੇ ਇਹਦਾ ਮਤਲਬ ਇਹ ਹੈਗਾ ਵੀ ਜੇ ਤੁਸੀਂ ਉਹੀ ਲੀਡ ਤੇ ਚੱਲਣਾ BJP ਵਾਲੇ ਤੇ, ਫਿਰ ਤੁਹਾਨੂੰ ਇਹਦਾ ਮਤਲਬ ਜਿਹੜੇ ਤੁਹਾਡੇ ਤੇ ਦੋਸ਼ ਲੱਗਦੇ ਨੇ ਵੀ ਤੁਸੀਂ B ਟੀਮ ਹੋ, ਫਿਰ ਉਹ ਦੋਸ਼ਾਂ ਨੂੰ ਤੁਸੀਂ ਸਾਫ਼ ਨਹੀਂ ਕਰ ਸਕਦੇ ਹੈਗੇ। ਉਹ ਦੋਸ਼ ਉਸੇ ਤਰ੍ਹਾਂ ਕਾਫੀ ਹੋਰ ਗੂੜੇ ਹੋ ਜਾਣਗੇ। ਤੁਹਾਨੂੰ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਭਾਈ ਦੋਸ਼ਾਂ ਤੋਂ ਨਿਜਾਤ ਪਾਉਣਾ, ਤੁਸੀਂ ਆਪਣਾ ਵੱਖਰਾਪਨ ਦਿਖਾਓ। ਹਾਲੇ ਤੱਕ ਵੱਖਰਾਪਨ ਦਿਖਾਇਆ ਨਹੀਂ। ਵੱਖਰਾਪਨ ਤਾਂ ਦਿਖਾਈ ਕੁਛ ਨਹੀਂ, ਵੱਖਰੇਪਨ ਤੋਂ ਤਾਂ ਉਲਟਾ ਕੰਮ ਹੋ ਗਿਆ। ਰਾਜਾ ਦਾ ਤਾਂ ਆਪਾਂ ਮੰਨਦੇ ਸੀ ਗੱਲ ਵੀ ਰਾਜਾ ਹੋਟਲਾਂ 'ਚ ਰਹਿੰਦਾ, ਤੇ ਇੱਥੇ ਤਾਂ ਆਪਣੇ ਸਧਾਰਨ ਮਾਸਟਰ ਦਾ ਮੁੰਡਾ ਵੀ 5 ਸਟਾਰ ਤੋਂ ਘੱਟ ਨਹੀਂ ਰਹਿੰਦਾ। ਚੰਗੇ ਭਲੇ ਗੈਸਟ ਹਾਊਸਿਸ ਨੇ, ਚੰਗੇ ਭਲੇ ਸਰਕਟ ਹਾਊਸ ਆ ਬਠਿੰਡੇ ਦੇ ਵਿੱਚ, ਕਰੋੜਾਂ ਰੁਪਈਆ ਲਾਇਆ ਬਿਜਲੀ ਬੋਰਡ ਦਾ ਗੈਸਟ ਹਾਊਸ ਆ, 5 ਸਟਾਰ ਦੀ ਢੂਈ ਭੰਨਦਾ, ਤੁਸੀਂ ਉਹਦੇ 'ਚ ਰਹਿ ਲਓ, ਨਾਲੇ ਝੀਲ ਦਾ ਨਜ਼ਾਰਾ ਲਓ, ਦਿਖਾਓ ਪਰਾਂ। ਅਸਲ 'ਚ ਨਾ ਜੇ ਤੁਹਾਡੀ ਜਿਹੜੀ ਸਾਦਗੀ ਤੁਹਾਡੇ ਇਹਦੇ ਵਿੱਚ ਹੀ ਹੁੰਦੀ ਹੈ, ਜਦੋਂ ਤੁਸੀਂ ਕੰਮ ਕਰਦੇ ਹੋ ਨਾ ਉਹਦੇ ਨਾਲ ਹੀ ਤੁਹਾਡੀ ਸਾਦਗੀ ਪਤਾ ਲੱਗਦੀ ਹੈ। ਨਾਲੇ ਉਹ ਸਾਦਗੀ ਵਿੱਚ ਨਾ ਤੁਹਾਡੀ ਜਿਹਨੂੰ ਕਹਿੰਦੇ ਨੇ ਵੀ ਤੁਹਾਡੀ ਉਮਰ, ਸੱਤਾ ਦੀ ਉਮਰ ਵੀ ਲੰਮੀ ਹੁੰਦੀ ਹੈ। ਪਰ ਅਸਲ 'ਚ ਆਏ ਆ ਵੀ ਜਿਵੇਂ ਉਹ ਆਪਾਂ ਕਹਿੰਦੇ ਨੇ ਵੀ ਜਿਵੇਂ ਇੱਕਦਮ ਭੁੱਖਿਆਂ ਨੂੰ ਜਿਹੜਾ ਥਿਆ ਗਿਆ ਹੁੰਦਾ, ਉਹ ਫਿਰ ਆਪਣੀ ਉਹ ਮਾਨਸਿਕਤਾ ਦਿਖਾਉਣ ਲੱਗੇ ਹੋਏ ਹੈਗੇ ਨੇ। ਦੇਖੋ ਕਿੰਨੀ ਸ਼ਰਮ ਦੀ ਗੱਲ ਆ ਵੀ 4-5 ਸਮੇਤ ਸਾਡੇ ਮੁੱਖ ਮੰਤਰੀ ਦੇ 4-5 MLA ਨੇ ਜਿਨ੍ਹਾਂ ਦੇ ਪੋਸਟਰ ਉਹਨਾਂ ਦੇ ਇਲਾਕਿਆਂ 'ਚ ਲੱਗੇ ਹੋਏ ਨੇ ਵੀ ਸਾਡਾ MLA ਗਾਇਬ ਹੈਗਾ। ਮਤਲਬ ਇਹ ਅਸੀਂ ਇੰਨੇ ਥੋੜੇ ਟਾਈਮ ਦੇ ਵਿੱਚ ਹੀ ਦੇਖਣਾ ਸੀ। ਇਹ ਬੜੀ ਦੁੱਖ ਦੀ ਗੱਲ ਹੈਗੀ ਆ ਸਾਡੇ ਪੰਜਾਬ ਦੇ ਲਈ ਵੀ, ਤੇ ਆਮ ਆਦਮੀ ਪਾਰਟੀ ਲਈ ਤਾਂ ਖੈਰ ਹੈਗੀ ਆ ਕਿ ਉਹਨਾਂ ਨੇ ਤਾਂ ਮਹਿਸੂਸ ਨਹੀਂ ਕਰਨੀ। ਪਰ ਜੇ ਆਪਾਂ ਟੋਟਲ ਆਪਣੇ ਪੰਜਾਬ ਦੇ ਲਈ ਦੇਖਣਾ ਹੋਵੇ ਵੀ ਸਾਨੂੰ ਇਸ ਤਰ੍ਹਾਂ ਦੀ ਸਰਕਾਰ ਮਿਲੀ ਆ ਜਿਹਦੇ ਕਈ ਸਾਰੇ MLA ਦੇ ਹਲਕਿਆਂ ਵਿੱਚ ਪੋਸਟਰ ਲੱਗ ਗਏ ਨੇ ਵੀ ਸਾਡੇ ਭਾਈ ਹਲਕੇ ਦੇ MLA ਗਾਇਬ ਨੇ ਜੀ। ਹਲਕੇ ਦੇ ਤਾਂ MLA ਗਾਇਬ ਆ। ਮੈਨੂੰ ਲੱਗਦਾ ਆਪਣੇ ਚਲੋ ਪਹਿਲਾਂ ਥੋੜ੍ਹੇ ਵਪਾਰਕ ਸੁਨੇਹੇ ਦੇ ਲਈਏ, ਫਿਰ ਆਪਾਂ ਗੱਲ ਕਰਦੇ ਹਾਂ ਅੱਗੇ ਵੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ 'ਚ ਕਰਦੇ ਨੇ, ਬਹੁਤ ਵਧੀਆ ਬੋਨਸ ਦਿੰਦੇ ਨੇ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਰ ਲਓ, ਜਾਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਕੈਟਰਿੰਗ ਕਰਵਾਉਣ ਦੇ ਲਈ ਨਿਊ ਜਰਸੀ, ਨਿਊਯਾਰਕ ਏਰੀਆ ਦੇ ਵਿੱਚ ਤੁਸੀਂ ਮੰਗੀ ਬਾਈ ਦੇ ਨਾਲ 3475670015 ਦੇ ਉੱਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 24915 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਪੰਜਾਬੀ 'ਚ ਗੱਲਬਾਤ ਕਰਦੇ ਨੇ, ਬਹੁਤ ਵਧੀਆ ਤੁਹਾਨੂੰ ਤੁਹਾਡੀਆਂ ਟੈਕਸਿਸ ਦਾ ਅਕਾਊਂਟਸ ਦੇ ਮਾਮਲੇ ਨੂੰ ਟੇਕ ਕੇਅਰ ਕਰਦੇ ਨੇ। ਮੱਖਣ ਨਾਗਰਾ ਹੋਰੀ ਜਿਹੜੇ ਇਹਨਾਂ ਨੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ ਜੀ 23609104 ਐਵੀਨਿਊ ਕੈਂਟ ਤੇ। ਤੁਸੀਂ ਵਧੀਆ ਖਾਣਾ ਉੱਥੇ ਜਾ ਕੇ ਖਾ ਸਕਦੇ ਹੋ, ਤੇ ਬਾਕੀ ਔਨਲਾਈਨ ਡਿਲੀਵਰੀ 'ਤੇ ਵੀ ਮੰਗਾ ਸਕਦੇ ਹੋ। ਡਾਊਨਟਾਊਨ 1520 ਬਰਾਡਵੇ ਸਿਆਟਲ ਤੋਂ। ਫੋਨ ਨੰਬਰ ਹੈ 2063531699 ਤੇ ਦੂਜਾ 2532467296। ਜੇਕਰ ਤੁਸੀਂ ਕਿਸ ਕੈਟਰਿੰਗ ਕਰਵਾਉਣੀ ਹੈ, ਜਿੰਨੇ ਮਰਜ਼ੀ ਮਹਿਮਾਨ ਹੋਣ, ਘਰੇ ਵੀ ਤੁਹਾਨੂੰ ਡਿਲੀਵਰੀ ਕਰ ਦਿੰਦੇ ਨੇ। ਅਤੇ ਜਿਵੇਂ ਤੁਸੀਂ ਲੰਚ ਡਿਨਰ ਰੱਖਿਆ ਹੁੰਦਾ ਤਾਂ ਬੇਝਿਜਕ ਹੋ ਕੇ ਇੱਕ ਵਾਰੀ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਲਓ ਜੀ। ਆਪਾਂ ਹੁਣ ਥੋੜ੍ਹੇ ਜਿਹੇ ਅੱਗੇ ਵਧੀਏ ਸ਼ਿਵਿੰਦਰ ਜੀ। ਤਾਂ ਇਹਨਾਂ ਤੋਂ ਕਰਦੇ ਕਰਦੇ ਲੋਕਾਂ ਦੀਆਂ ਬੱਸਾਂ ਦੇ ਉੱਤੇ ਤਾੜੀਆਂ ਮਾਰਦੇ ਹੁਣ ਇਹ ਜਿਹੜੀਆਂ ਬੱਸਾਂ, ਪਹਿਲਾਂ ਤਾਂ ਡਿਟੇਲ ਨਾਲ ਦੱਸੋ ਇਹ ਬੱਸਾਂ ਕਿਹੜੀਆਂ ਦਾ ਰੌਲਾ? ਕਹਿੰਦੇ ਬੱਸ ਕਹਿੰਦੇ 80 ਲੱਖ ਦੀ, ਮੇਨਟੇਨੈਂਸ 3.5 ਕਰੋੜ। ਇਹ ਕੀ ਹੈ ਕਪੜਾ ਸਾਰਾ? ਇਹ ਦੱਸਣਾ ਬਹੁਤ ਜ਼ਰੂਰੀ ਹੈ। ਦੇਖੋ ਜਿਹੜੇ ਮੈਂ ਖਬਰ ਲੈ ਕੇ ਆਇਆ ਸੀ ਉਹ ਤਾਂ ਸੀਗੀ ਦਿੱਲੀ ਵਾਲੀ, ਪਰ ਪੰਜਾਬ ਦੇ ਵਿੱਚ ਵੀ ਲਗਭਗ ਸੂਰਤ ਹਾਲ ਕੋਈ ਵਧੀਆ ਨਹੀਂ। ਕੁਝ ਲੋਕ ਤਾਂ ਵੀਡੀਓ ਪਾਉਣ ਲੱਗੇ ਹੋਏ ਨੇ ਵੀ ਭਗਵੰਤ ਮਾਨ ਸਾਹਿਬ ਸੱਤਾ 'ਚ ਆਉਣ ਤੋਂ ਪਹਿਲਾਂ ਚੰਨੀ ਸਰਕਾਰ ਦੇ ਉੱਤੇ ਕਹਿੰਦੇ ਹੁੰਦੇ ਸੀ ਵੀ ਦੇਖੋ ਜੀ ਵੱਡੇ ਵੱਡੇ ਇਸ਼ਤਿਹਾਰ ਲੱਗੇ ਹੋਏ ਨੇ ਬੱਸਾਂ ਦੇ, ਜਿਹਦੇ ਵਿੱਚ ਵੀ ਇਹ ਕੋਈ ਐਂ ਥੋੜਾ ਹੁੰਦਾ ਵੀ ਬੱਸਾਂ ਤਾਂ ਸਰਕਾਰੀ ਪ੍ਰਾਪਰਟੀ ਹੁੰਦੀ ਹੈ, ਲੋਕਾਂ ਦੀ ਪ੍ਰਾਪਰਟੀ ਹੁੰਦੀਆਂ ਨੇ। ਇਹਦੇ ਤੇ ਸਰਕਾਰ ਪਾਰਟੀ ਦੇ ਤੌਰ ਦੇ ਉੱਤੇ ਤੁਸੀਂ ਆਪਣਾ ਪ੍ਰਚਾਰ ਕਿਵੇਂ ਕਰ ਸਕਦੇ ਹੈਗੇ ਹੋ? ਲਗਭਗ ਉਹੀ ਚੀਜ਼ ਹੁਣ ਭਗਵੰਤ ਮਾਨ ਵੀ ਕਰਨ ਲੱਗਿਆ ਹੋਇਆ। ਤੇ ਵੱਡੇ ਵੱਡੇ ਇਸ਼ਤਿਹਾਰ ਹੀ ਨਹੀਂ, ਮੈਨੂੰ ਯਾਦ ਹੈ ਕਿ ਥੋੜੇ ਦਿਨ ਪਹਿਲਾਂ ਮੈਂ ਆਪਣੇ ਇੱਕ ਮਿੱਤਰ ਦੋਸਤ ਦੇ ਘਰੇ ਸੀਗਾ ਤੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਫੋਨ ਆਇਆ ਵੀ ਸਾਡਾ ਜਿਹੜਾ ਇਸ਼ਤਿਹਾਰ ਲੱਗ ਰਿਹਾ ਦੱਸੋ ਕਿ ਕਿਹੜੇ ਮਤਲਬ ਪੰਨੇ ਤੇ ਲੱਗ ਰਿਹਾ, ਅਖਬਾਰ ਦੇ ਪੰਨੇ ਦੇ ਉੱਤੇ ਲੱਗ ਰਿਹਾ, ਪਤਾ ਕਰਕੇ ਦੱਸੋ। ਤੇ ਉਹ ਕਹਿੰਦਾ ਵੀ ਮੈਂ ਮਤਲਬ ਠੀਕ ਹੈ ਤੂੰ ਮੇਰਾ ਮਿੱਤਰ ਆ, ਪਰ ਮੈਂ ਤੇਰੇ ਨਾਲ ਤੈਨੂੰ ਦੱਸ ਨਹੀਂ ਸਕਦਾ ਹੈਗਾ ਕਿਉਂਕਿ ਮੈਂ ਆਪਣੇ ਅਦਾਰੇ ਨਾਲ ਬੇਈਮਾਨੀ ਕਰਦਾ ਹੋਵਾਂਗਾ, ਚੀਟਿੰਗ ਕਰਦਾ ਹੋਵਾਂਗਾ। ਰਾਤ ਦਾ ਟਾਈਮ ਸੀ, ਉਹ ਕਹਿੰਦਾ ਵੀ ਮੈਂ ਇਤਲਾਹ ਦੇਣੀ ਆ। ਹੁਣ ਸਵਾਲ ਇਹ ਹੈਗਾ ਜਾਣਨੇ ਵਾਲੀ ਸਾਹਿਬ ਵੀ ਇਸ਼ਤਿਹਾਰ ਲੱਗਣਾ ਵਾ, ਸਭ ਨੂੰ ਪਤਾ ਵੀ ਅਗਲੇ ਦਿਨ ਇਸ਼ਤਿਹਾਰ ਲੱਗਣਾ,
ਐਡੀ ਤੁਹਾਨੂੰ ਕੀ ਮਤਲਬ ਉਤਾਵਲੇਪਨ ਹੈਗਾ ਤੁਹਾਨੂੰ ਵੀ ਤੁਸੀਂ ਪਤਾ ਕਰਾਓ ਆਪਣੇ ਕਰਿੰਦਿਆਂ ਦੇ ਕੋਲੋਂ, ਆਪਣੇ ਜਿਹੜੇ ਵਰਕਰਾਂ ਦੇ ਕੋਲੋਂ ਜਾਂ ਆਪਣੇ ਜਿਹੜੇ ਕਰਮਚਾਰੀਆਂ ਕੋਲੋਂ ਵੀ ਦੱਸੋ ਇਹ ਕਹਿੰਦੇ ਕੀ ਫਰੰਟ ਪੇਜ ਤੇ ਆ ਰਿਹਾ ਕਿ ਨਹੀਂ ਆ ਰਿਹਾ ਹੈਗਾ ਜਾਂ ਕਿੱਦਾਂ ਕੀ ਪੈਸੇ ਦਿੱਤੇ ਤੁਹਾਡੇ ਜਿੱਥੇ ਕਹੋਗੇ ਉੱਥੇ ਹੀ ਲੱਗੂਗਾ। ਉਹਦੇ ਵਿੱਚ ਹੋਰ ਵੀ ਕਾਰਨ ਹੁੰਦਾ ਨਾ, ਕਈ ਵਾਰ ਹੁੰਦਾ ਜਿਵੇਂ ਇਹਨਾਂ ਨੇ ਵੀ ਫਰੰਟ ਪੇਜ ਲਈ ਜੋ ਫੁੱਲ ਪੇਜ ਦਿੱਤਾ ਹੋਇਆ ਹੈਗਾ ਉਹਦੇ ਵਿੱਚ ਉਹ ਦੱਸ ਰਿਹਾ ਸੀਗਾ ਵੀ ਕਈ ਵਾਰ ਹੁੰਦਾ ਵੀ ਜਿਹੜੇ ਅੰਗਰੇਜ਼ੀ ਅਖਬਾਰ ਆ ਨਾ ਜਿਵੇਂ ਉਹ ਕੁਛ, ਹਾਲਾਂਕਿ ਅੱਜ ਕੱਲ੍ਹ ਤਾਂ ਇਹਨਾਂ ਨੇ ਰੈਤ ਵਰਤਣੀ ਛੱਡ ਦਿੱਤੀ ਹੈ, ਤਾਂ ਫਰੰਟ ਪੇਜ ਦਾ ਹੁੰਦਾ 60-40 ਦਾ ਰੇਸ਼ੋ ਹੁੰਦਾ ਹੈਗਾ, ਤੁਹਾਨੂੰ ਕੋਈ ਪਤਾ ਹੈਗਾ ਅੱਜ ਕੱਲ੍ਹ 60-40 ਵਾਲੀ ਤਾਂ ਤਿਆਗ ਦਿੱਤੀ ਹੈ। ਉਹਨਾਂ ਉਹ ਚਾਹੁੰਦੇ ਹੋਣਗੇ ਵੀ ਫਰੰਟ ਪੇਜ ਦੇ ਉੱਤੇ ਆ ਜਾਵੇ ਵੀ ਪਹਿਲਾਂ ਵੀ ਖਬਰਾਂ ਤੋਂ ਪਹਿਲਾਂ ਸਾਡਾ ਵੱਡਾ ਸਾਰਾ ਇਸ਼ਤਿਹਾਰ ਆ ਜਾਵੇ, ਸ਼ਾਇਦ ਉਹ ਇਸ ਤਰ੍ਹਾਂ ਚਾਹੁੰਦੇ ਹੋਣਗੇ, ਜਾਂ ਫਿਰ ਉਹਨਾਂ ਨੇ ਆਪਣੇ CM ਸਾਹਿਬ ਨੂੰ ਜਾਂ ਕਿਸੇ ਨੂੰ ਇਤਲਾਹ ਦੇਣੀ ਹੋਊਗੀ ਵੱਡੇ ਨੂੰ, ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਇਹ ਪਹਿਲਾਂ ਨਹੀਂ ਦੱਸ ਸਕਦਾ ਵੀ ਆ ਰਿਹਾ ਵਾ, ਅੱਜ ਹੀ ਆ ਰਿਹਾ, ਤੇ ਵੀ ਉਹ ਕਿੰਨੇ ਪੇਜ ਤੇ ਆ ਰਿਹਾ ਹੈਗਾ, ਜਿਹੜਾ ਕਿ ਮੈਨੂੰ ਲੱਗਦਾ ਵੀ 4 ਘੰਟੇ ਬਾਅਦ ਉਹਨੇ ਆ ਜਾਣਾ ਸੀਗਾ, ਕਿਉਂਕਿ ਅਸੀਂ ਰਾਤ ਨੂੰ ਬੈਠੇ ਹੋਏ ਸੀ। 4 ਘੰਟੇ ਦਾ ਸਮਾਂ ਹੀ ਲੱਗਦਾ ਬਸ, ਹੋਰ ਕਿੰਨਾ ਕਹਾਂ ਜੀ। ਉਹਦੇ ਵਿੱਚ ਵੀ ਉਹ ਪੁੱਛ ਰਿਹਾ ਸੀਗਾ ਕਿ ਫਟਾਫਟ ਜੀ, ਕਿਉਂਕਿ ਮੈਂ ਆਪਣੇ ਦਫ਼ਤਰ ਨੂੰ ਇਤਲਾਹ ਦੇਣੀ ਬਹੁਤ ਜ਼ਰੂਰੀ ਹੈ, ਮੇਰੇ ਵੀ ਉੱਤੋਂ ਵੀ ਉਹ ਕਹਿੰਦਾ ਵੀ ਮੇਰੇ ਵੀ ਉੱਤੋਂ ਸਕੰਜਾ ਚੜਿਆ ਹੋਇਆ। ਹੁਣ ਜੇ ਤੁਸੀਂ ਤੁਹਾਡਾ ਆਹ ਹਾਲ ਹੈਗਾ, ਇਦੋਂ ਬਾਅਦ ਤੁਸੀਂ ਕੀ ਕਰੋਗੇ? ਖੈਰ ਖਬਰ ਤੁਹਾਡੇ ਤੁਸੀਂ ਮੇਰੇ ਤੋਂ ਪੁੱਛੀ ਸੀ, ਇਹ ਦਿੱਲੀ ਦੇ ਵਿੱਚ ਨਾ ਬੱਸਾਂ ਦਾ ਖਰੀਦਣ ਦਾ ਮਾਮਲਾ ਸੀਗਾ। ਉਪ ਰਾਜਪਾਲ ਜਿਹਦੇ ਨਾਲ ਕਿ ਆਮ ਆਦਮੀ ਪਾਰਟੀ ਦਾ 36 ਦਾ ਅੰਕੜਾ ਹੈਗਾ, ਉਹਨੇ ਹੁਣ ਇਹਦੀ ਜਾਂਚ ਹੈ ਉਹ CBI ਨੂੰ ਸੌਂਪ ਦਿੱਤੀ ਹੈ। ਇਹਦੇ ਵਿੱਚ ਦਿੱਲੀ ਦੇ ਉਪ ਰਾਜਪਾਲ VK ਸਕਸੇਨਾ ਨੇ DTC ਵੱਲੋਂ 1000 ਲੋ ਫਲੋਰ ਬੱਸਾਂ ਦੀ ਜੋ ਖਰੀਦ ਹੈ ਉਹਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਸੀਗਾ, ਜਾਂਚ ਦਾ ਮਾਮਲਾ ਸੀ, ਇਹ ਜਾਂਚ CBI ਨੂੰ ਸੌਂਪੀ ਹੈ। ਇਹਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਆਪ ਸਰਕਾਰ ਨਾਲ ਜਿਹੜਾ ਤਾਜ਼ਾ ਤਣਾਅ ਪੈਦਾ ਹੋਇਆ ਸੀ ਕੁਝ ਦਿਨ ਪਹਿਲਾਂ, ਉਹ ਹੋਰ ਵਧਿਆ ਹੋਇਆ ਨਜ਼ਰ ਆ ਰਿਹਾ, ਕਿਉਂਕਿ ਦਿੱਲੀ ਸਰਕਾਰ ਦਾ ਦੋਸ਼ ਸੀਗਾ ਕਿ ਰਾਜਪਾਲ ਜੋ ਕੰਮ ਕਰ ਰਿਹਾ ਇਹ ਸਿਆਸਤ ਤੋਂ ਪ੍ਰੇਰਿਤ ਹੈ, ਰਾਜਪਾਲ ਸੈਂਟਰ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ। ਫਿਲਹਾਲ ਇੱਕ ਚੀਜ਼ ਸਾਹਮਣੇ ਆ ਗਈ ਹੈ ਕਿ ਅਸਲ 'ਚ ਟਰਾਂਸਪੋਰਟ ਨੀਤੀ 'ਚ ਕੁਛ ਤਾਂ ਕਾਲਾ ਸੀਗਾ, ਤੇ ਹੁਣ ਕਿੰਨਾ ਕਾਲਾ ਸੀ ਇਹ ਨਹੀਂ ਪਤਾ, ਕਿਉਂਕਿ ਜੇ ਥੋੜਾ ਕਾਲਾ ਉਹਨੂੰ BJP ਨੇ ਵਧਾਉਣ ਲੱਗੇ ਟਾਈਮ ਨਹੀਂ ਲਾਉਣਾ ਹੈਗਾ। ਹਾਲ ਦੀ ਘੜੀ ਦਿੱਲੀ ਸਰਕਾਰ ਨੇ ਲੁੱਟ ਖਸੁੱਟ ਲਈ ਜਿਹੜਾ ਹੈਗਾ ਟੈਂਡਰ ਤਿਆਰ ਕੀਤੇ ਨੇ, ਭਾਜਪਾ ਦੋਸ਼ ਲਾ ਰਹੀ ਹੈ, ਤੇ ਟਰਾਂਸਪੋਰਟ ਮੰਤਰੀ ਨੂੰ ਬਚਾਉਣ ਦੇ ਵਿੱਚ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਵਿਰੋਧੀ ਧਿਰਾਂ ਬਾਕੀ ਪਾਰਟੀਆਂ ਜਿਵੇਂ ਕਾਂਗਰਸ ਵਗੈਰਾ ਵੀ ਕਹਿ ਰਹੀ ਹੈਗੀ ਆ। ਉਧਰ ਆਪ ਦਾ ਉਹੀ ਕਹਿਣਾ ਕਿ ਦਿੱਲੀ ਨੂੰ ਵਧੇਰੇ ਪੜ੍ਹੇ ਲਿਖੇ ਉਪ ਰਾਜਪਾਲ ਦੀ ਲੋੜ ਆ, ਜਦਕਿ ਇਹ ਉਪ ਰਾਜਪਾਲ ਜਿਹੜਾ ਹੈਗਾ ਪੜ੍ਹਿਆ ਲਿਖਿਆ ਨਹੀਂ, ਇਹ ਇੱਕ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਉੱਤੇ ਕੰਮ ਕਰ ਰਿਹਾ। ਸੋ ਇਹਦੇ ਵਿੱਚ ਸੱਚ ਕੀ ਹੈ ਅੱਜ ਕਹਿਣਾ ਬਹੁਤ ਮੁਸ਼ਕਿਲ ਹੈ, ਪਰ ਕਿਤੇ ਨਾ ਕਿਤੇ ਜਿਹੜਾ ਇਹ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਮਾਮਲੇ ਵਿੱਚ, ਹੁਣ ਬੱਸਾਂ ਵਾਲੇ ਮਾਮਲੇ ਵਿੱਚ ਦਿੱਲੀ ਸਰਕਾਰ ਪਹਿਲਾਂ PWD 'ਚ ਵੀ ਘਿਰ ਗਈ ਸੀਗੀ, ਪਾਣੀ ਵਾਲੇ ਟੈਂਕਰਾਂ 'ਚ ਵੀ ਉਦੋਂ ਰੌਲਾ ਜਿਹਾ ਪਿਆ ਸੀ, ਉਦੋਂ ਵੀ ਰੌਲਾ ਸੀ, ਤੇ ਇਹ ਲਗਭਗ ਇਸੇ ਤਰ੍ਹਾਂ ਦੇ ਸਵਾਲ ਕੁਝ ਪੰਜਾਬ ਸਰਕਾਰ ਦੇ ਮੁਤਲਕ ਵੀ ਸੀਗੇ। ਤੁਹਾਨੂੰ ਪਤਾ ਵੀ ਇਹਨਾਂ ਨੇ ਛਾਪੇ ਛੁਪੇ ਮਰਾਏ ਸੀਗੇ ਆਪਣੇ ਆਪ ਦੇ ਆਗੂਆਂ ਦੇ ਉੱਪਰ, ਜਿਹਦੇ ਵਿੱਚੋਂ ਅਸੀਂ ਨਹੀਂ ਕਹਿੰਦੇ ਵੀ ਉਹ ਜਿਹੜੇ ਸਹੀ ਵੱਜੇ ਨੇ ਜਾਂ ਕਿਵੇਂ ਵੱਜੇ, ਕਿਉਂਕਿ ਸਾਨੂੰ ਪਤਾ ਵੀ ਜਦੋਂ ਸੈਂਟਰ ਗਵਰਨਮੈਂਟ ਵੀ ਕੰਮ ਕਰਦੀ ਹੈ ਆਪਦੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਕਰਦੀ ਹੁੰਦੀ ਹੈ, ਪਰ ਆਪਣੇ ਆਪ ਨੂੰ ਜਿਹੜਾ ਹੈਗਾ ਸਹੀ ਸਾਬਤ ਕਰਨਾ ਵੀ ਜਦੋਂ ਦੋਸ਼ ਲੱਗੇ ਹੋਏ ਬੰਦੇ ਦਾ ਇੱਕ ਫਰਜ਼ ਬਣਦਾ ਹੁੰਦਾ। ਮੈਨੂੰ ਲੱਗਦਾ ਵੀ ਉਹਦੇ ਵਿੱਚੋਂ ਸ਼ਿੱਦਤ ਦੀ ਕਮੀ ਥੋੜੀ ਜਿਹੀ ਰੜਕੀ ਹੈ। ਤੁਸੀਂ ਬਾਰ-ਬਾਰ ਇੱਕੋ ਮੁਹਾਵਰਾ ਨਹੀਂ ਵਰਤ ਸਕਦੇ, ਤੁਸੀਂ ਉਹਨੂੰ ਦਲੀਲ ਪੂਰਵਕ ਢੰਗ ਨਾਲ ਉਹਦਾ ਮੁਕਾਬਲਾ ਤੁਹਾਨੂੰ ਕਰਨਾ ਚਾਹੀਦਾ। ਜੀ ਮੈਂ ਥੋੜਾ ਜਿਹਾ ਫੇਸਬੁੱਕ ਵੀ ਵੇਖ ਰਿਹਾ ਸੀ, ਕੁਛ ਜਿਹੜੇ ਆਮ ਲੋਕਾਂ ਦੇ ਲੀਡਰਾਂ ਨੂੰ ਛੱਡ ਕੇ ਕਹਿੰਦੇ ਮੰਤਰੀ ਫੌਜਾ ਸਿੰਘ ਦੀ ਆਡੀਓ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਆਪ ਸਰਕਾਰ ਸੁਸਰੀ ਵਾਂਗੂ ਸੌਂ ਗਈ ਹੈ, ਵਿਜੀਲੈਂਸ ਸਿੰਗਲਾ ਦੀ ਤਰਜ਼ ਤੇ ਕਾਰਵਾਈ ਹੋਏਗੀ। ਕੁਛ ਕਹਿੰਦੇ ਨੇ ਜੀ ਸਟੰਟ ਤੇ ਆਧਾਰਿਤ ਨੇ ਇਹਨਾਂ ਦੀ ਕਾਰਵਾਈ ਨੇ ਹੋਣੀ ਚਾਹੀਦੀ ਹੈ ਜੀ, ਸਟੰਟ ਵੀ ਦੱਸ ਰਹੇ ਨੇ, ਬੜਾ ਕੁਛ ਹੋ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਲਗਾਤਾਰ ਜਿਹੜੀਆਂ ਇਹਨਾਂ ਨਾਲ ਜਿਹੜੀਆਂ ਡਿਸਕਸ ਕਰਦੇ ਰਹਾਂਗੇ ਆਪਦੇ ਲਿਸਨਰਸ ਨਾਲ, ਤੇ ਆਪਣੇ ਵਿਚਾਰ ਜਿਹੜੇ ਆ ਜੀ ਤੁਸੀਂ 92 164 10 666 ਤੇ 98 149 10 666 ਦੇ ਉੱਤੇ ਜ਼ਰੂਰ ਦਿਓ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਇੱਥੇ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਦੇ ਬਿਲਕੁਲ ਨਾਲ ਨੇ। ਤੁਹਾਡਾ ਰੀਫਰ ਦੀ ਗੈਸ ਲੀਕ ਹੋ ਗਈ ਹੈ, ਜਾਂ ਰੀਫਰ ਦਾ ਕੰਪਰੈਸਰ ਜਾਂ ਇੰਜਨ ਰੀਬਿਲਟ ਕਰਾਉਣਾ, ਜਾਂ ਸੈਮੀ ਜਾਂ ਦਾ ਤੁਸੀਂ ਇੰਜਨ ਰੀਬਿਲਟ ਕਰਾਉਣਾ, ਐਕਸਲ ਵਰਕ ਕਰਾਉਣਾ, ਡਿਫਰੈਂਸ਼ੀਅਲ ਹੈ, ਕਲੱਚ ਹੈ, ਬ੍ਰੇਕਾਂ ਹੈ, ਟਾਇਰ ਬੈਲੈਂਸਿੰਗ ਹੈ, ਡੈਫ ਕਲੀਨਿੰਗ ਹੈ, DOT ਸੇਫਟੀ ਕਹਿਣ ਤੋਂ ਬਾਅਦ A to Z ਕੰਮ ਕਰਾਉਣੇ ਆ ਤਾਂ ਤੁਸੀਂ ਇੱਥੇ ਜ਼ਰੂਰ ਲੈ ਕੇ ਜਾਓ। 8043728800 ਦੇ ਉੱਤੇ ਕਾਲ ਕਰ ਲਓ, 804 372 8800 ਦੇ ਉੱਤੇ ਕਾਲ ਕਰ ਲੈਣਾ। ਰੇਡੀਓ ਪੰਜਾਬ ਟੁਡੇ ਦਾ ਹਵਾਲਾ ਜ਼ਰੂਰ ਦੇਣਾ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਾਨਾ ਐਵੀਨਿਊ ਇੰਡੀਅਨੈਪਲਿਸ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ।
ਸੋ ਤੁਸੀਂ 3179797205 ਦੇ ਉੱਤੇ ਕਾਲ ਕਰਕੇ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇਣਾ, ਡਿਸਕਾਊਂਟ ਕੀਤਾ ਜਾਏਗਾ। 6612045818 ਦੇ ਉੱਤੇ ਵੀ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਬਣਾ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਅਸੀਂ ਸ਼ਵਿੰਦਰ ਜੀ ਨਾਲ ਜੁੜੇ ਹੋਏ ਹਾਂ ਅਤੇ ਸ਼ਵਿੰਦਰ ਜੀ ਸਾਡੇ ਨਾਲ ਹਰ ਸੋਮਵਾਰ ਅਤੇ ਵੀਰਵਾਰ ਜੁੜਦੇ ਨੇ। ਮਹਾਰਾਣੀ ਤਾਂ ਇੰਗਲੈਂਡ ਦੀ ਸੀ, ਕੈਨੇਡਾ ਦੇ ਨੋਟਾਂ 'ਤੇ ਉਹਨਾਂ ਦੀ ਤਸਵੀਰ ਛਪਦੀ ਸੀ, ਅਤੇ ਜਦੋਂ ਦਰਬਾਰ ਸਾਹਿਬ ਆਉਂਦੀ ਹੈ ਤਾਂ ਦਰਬਾਰ ਸਾਹਿਬ ਉਹਨੂੰ ਮੱਛੀਆਂ ਚੰਗੀਆਂ ਲੱਗਦੀਆਂ ਨੇ, ਬਹੁਤ ਖੂਬਸੂਰਤ ਮੱਛੀਆਂ ਨੇ, ਅਤੇ ਸਿਆਸਤਦਾਨ ਜਿਹੜੇ ਨੇ ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ। ਜੀ ਦੇਖੋ, ਰਾਣੀ ਲੰਮਾ ਸਮਾਂ ਭੋਗ ਕੇ ਚਲੀ ਗਈ ਹੈ। ਬ੍ਰਿਟਿਸ਼ ਹਕੂਮਤ ਦੀ ਰਾਣੀ, ਉਹਦੀ ਇੱਕ ਸਾਮਰਾਜ ਦੀ ਜਿਹੜੀ ਹੈਗੀ ਆ, ਭਾਵੇਂ ਕਿ ਹੁਣ ਡੈਮੋਕ੍ਰੇਟ ਕਹਿ ਸਕਦੇ ਹਾਂ ਵੀ ਡੈਮੋਕ੍ਰੇਟਿਕ ਹੈ, 70 ਸਾਲ ਦੇ ਕਰੀਬ ਮਨਾਰਕ। ਹਾਂ ਸਹੀ, ਬਿਲਕੁਲ। ਲੇਕਿਨ ਡੈਮੋਕ੍ਰੇਸੀ ਹੈਗੀ ਹੈ, ਪਰ ਉਹਦੇ ਉੱਤੇ ਜਿਹੜੀ ਛਤਰਛਾਇਆ ਹਾਲੇ ਵੀ ਰਾਜਾਸ਼ਾਹੀ ਦੀ ਹੈ। ਇੰਗਲੈਂਡ ਦੇ ਵਿੱਚ ਸਾਨੂੰ ਪਤਾ, ਤੇ ਜਿਹੜੇ ਉਹਦੀਆਂ ਬਸਤੀਆਂ ਰਹੇ ਹੋਏ ਮੁਲਕ ਨੇ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਚੱਲਦਾ। ਜਿਵੇਂ ਹੁਣ ਕੈਨੇਡਾ ਦੀ ਤੁਸੀਂ ਗੱਲ ਕੀਤੀ, ਕੈਨੇਡਾ ਵਿੱਚ ਇੱਕ ਵਿਕਟੋਰੀਆ ਅਵਾਰਡ ਦਿੱਤਾ ਜਾਂਦਾ ਹੁੰਦਾ, ਉਹ ਜਿਹੜਾ ਕਿ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਆ। ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਉਹ ਅਵਾਰਡ ਵਾਪਸ ਵੀ ਕੀਤੇ ਨੇ। ਉਹ ਕਹਿੰਦੇ, ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇਹ ਅਵਾਰਡ ਤਾਂ ਨਹੀਂ ਲੈਣੇ ਕਿਉਂਕਿ ਇਹਦੇ ਵਿੱਚੋਂ ਸਾਨੂੰ ਇੰਗਲੈਂਡ ਦੀ, ਬਰਤਾਨੀਆ ਦੀ ਗੁਲਾਮੀ ਦੀ ਬੋ ਆ ਰਹੀ ਹੈਗੀ ਆ। ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਕੈਨੇਡਾ ਹੈਗਾ ਉਹ ਕੈਨੇਡਾ ਖੁਦ ਮੁਖਤਿਆਰ ਸਟੇਟ ਹੋਵੇ ਤੇ ਖੁਦ ਮੁਖਤਿਆਰ ਸਟੇਟ ਹੀ ਦਿਖੇ, ਵੀ ਉਹਨੂੰ ਕਿਸੇ ਰਾਣੀ ਦੀ ਗੁਲਾਮੀ ਦੀ ਲੋੜ ਨਹੀਂ ਹੈਗੀ ਹੈ। ਤੇ ਇੱਕ ਤਾਂ ਇਹ ਚੀਜ਼ ਹੈਗੀ ਹੈ। ਦੂਜਾ, ਭਾਰਤ ਆਜ਼ਾਦ ਮੁਲਕ ਹੈ ਤੇ ਕੋਈ ਰਾਣੀ ਦੀ ਫੋਟੋ ਨਹੀਂ ਛਪਦੀ, ਕੋਈ ਨਹੀਂ ਹੈ। ਪਰ ਜਿਹੜੀ ਮਾਨਸਿਕਤਾ ਹੈਗੀ ਆ, ਮਾਨਸਿਕਤਾ ਇੱਕ ਤਰ੍ਹਾਂ ਦੀ ਇਹ ਹੈਗੀ ਆ ਵੀ ਉਸੇ ਤਰ੍ਹਾਂ ਦੀ ਮਾਨਸਿਕਤਾ, ਕਿਉਂਕਿ ਕਾਰਨ ਕੀ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਵੀ ਕਹਿ ਦਿੱਤਾ ਵੀ ਭਾਰਤ ਦਾ ਝੰਡਾ ਜਿਹੜਾ ਅੱਧਾ ਝੁਕਿਆ ਰਿਹਾ ਹੈਗਾ। ਸਿਮਰਨਜੀਤ ਸਿੰਘ ਮਾਨ ਤਾਂ ਇਦੋਂ ਵੀ ਗਾਹਾਂ ਵੱਧ ਗਿਆ। ਉਹਦਾ ਜੇ ਤੁਸੀਂ ਟਵੀਟ ਦੇਖਿਆ ਹੋਵੇ ਤਾਂ ਬੜਾ ਸ਼ਰਮਸਾਰ ਕਰਨ ਵਾਲਾ ਹੈਗਾ ਉਹਦਾ ਟਵੀਟ। ਉਹਦਾ ਮਤਲਬ ਚੰਗੇ ਸੰਬੰਧਾਂ ਦੀ ਗੱਲ ਕਰ ਰਿਹਾ, ਹੋਰ ਅੱਗੇ ਜਾ ਕੇ ਰਾਣੀ ਦੇ ਪ੍ਰਤੀ ਆਪਣੀ ਉਹ ਕਰ ਰਿਹਾ, ਉਹਦੇ ਪਿਤਾ ਦੀ ਵੀ ਤਾਰੀਫ ਕਰ ਰਿਹਾ। ਇਹ ਸਿਰਫ ਇਹ ਕਹਿ ਰਿਹਾ ਵੀ ਸਾਡੇ ਸਿੱਖਾਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਹਿੱਸਾ ਨਹੀਂ ਮਿਲਿਆ ਹੈਗਾ, ਦਿੱਤਾ ਤੁਸੀਂ। ਇਹ ਗੱਲਾਂ ਕਰਕੇ ਉਹਦੇ ਪ੍ਰਤੀ ਉਹ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਨੇ ਜਿਹੜੇ, ਜਾਂ ਉਹਦੇ ਪੱਖੀ ਬੰਦੇ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਭਾਰਤ ਨੂੰ ਜਿਹੜਾ ਅਸਲੀ ਨਕਸ਼ਾ ਵਾ ਉਹਨੂੰ ਜਿਹੜਾ ਯਾਦ ਹੀ ਜਿਹੜਾ ਹੈਗਾ ਬ੍ਰਿਟਿਸ਼ ਸਾਮਰਾਜ ਨੇ ਕਰਵਾਇਆ ਸੀਗਾ, ਨਹੀਂ ਭਾਰਤ ਦੀ ਕੋਈ ਹੋਂਦ ਹੀ ਨਹੀਂ ਸੀ। ਇਹ ਮਤਲਬ ਗੁਲਾਮ ਮਾਨਸਿਕਤਾ ਦੀ ਪ੍ਰਤੀਕ ਲਗਭਗ ਇਹੋ ਕੁਛ RSS ਸੋਚਦੀ। RSS ਕਿਉਂ ਸੋਚਦੀ ਆ? ਕਿਉਂਕਿ RSS ਦੀ ਜਿੰਨੀਆਂ ਵੀ ਪੁਰਾਣੇ ਥਿੰਕ ਟੈਂਕ ਨੇ, ਇਹਨਾਂ ਦੇ ਗੋਲਵਾਲਕਰ ਵਗੈਰਾ, ਸਾਵਰਕਰ ਦਾ ਖੈਰ ਇਹਨਾਂ ਤੋਂ ਮਾਫੀ ਮੰਗਦਾ ਰਿਹਾ, ਉਹਨਾਂ ਦਾ ਕਹਿਣਾ ਵੀ ਸਾਨੂੰ ਅੰਗਰੇਜ਼ਾਂ ਦੇ ਵਿਰੁੱਧ ਲੜਨਾ ਨਹੀਂ ਚਾਹੀਦਾ। ਆਨੰਦ ਮੱਠਰ ਦਾ ਨਾਵਲ ਆ ਜਿਹੜਾ ਇਹ ਆਪਣੀ ਸੋਚ ਦਾ ਪ੍ਰਤੀਕ ਮੰਨਦੇ ਹੋ, ਤਾਂ ਇਹੀ ਕਹਿੰਦਾ ਵੀ ਅੰਗਰੇਜ਼ਾਂ ਨੂੰ ਰਾਜ ਕਰਨਾ ਆਉਂਦਾ, ਇਹਨਾਂ ਕੋਲੋਂ ਸਿੱਖੋ। ਤੇ ਅੰਗਰੇਜ਼ਾਂ ਨੇ ਸਾਨੂੰ ਮੁਗਲਾਂ ਤੋਂ ਆਜ਼ਾਦ ਕਰਵਾਇਆ, ਇਹ ਇਹਨਾਂ ਦੀ ਮਾਨਸਿਕਤਾ ਹੈਗੀ ਆ। ਪਰ ਤੁਸੀਂ ਦੇਖੋ ਨਾ ਵੀ ਜਿਹੜਾ ਇਹ ਰਾਣੀ ਹੈ, ਭਾਵੇਂ ਕਿ ਕੋਈ ਕਹਿ ਸਕਦਾ ਵੀ ਰਾਣੀ ਤਾਂ 52 ਦੇ ਵਿੱਚ ਬਣੀ ਆ, ਵੀ ਇਹ ਦੱਸੋ ਉਹਨੂੰ ਤੁਸੀਂ ਏਦਾਂ ਕਿਉਂ ਕਹਿੰਦੇ ਹੋ? ਪਹਿਲੀ ਗੱਲ ਤਾਂ ਹੈਗੀ ਕਿ ਬਰਤਾਨੀਆ ਸਾਮਰਾਜ ਦੀ ਪ੍ਰਤੀਕ ਹੈ ਐਲਿਜ਼ਾਬੈਥ ਜਿਹੜੀ ਹੋਈ ਹੈ। ਤੇ ਕਿਸੇ ਸਾਨੂੰ ਯਾਦ ਹੈ ਕਿ ਜਦੋਂ ਨੇਪਾਲ ਦੇ ਵਿੱਚ ਰਾਜਾ ਹੁੰਦਾ ਸੀ, ਉਹ ਵਾਜਪੇਈ ਦੇ ਸਮੇਂ ਉੱਥੇ ਉਰੇ ਆਇਆ ਸੀ ਸਾਡੇ ਇੱਥੇ, ਤੇ ਵਾਜਪੇਈ ਨੇ ਗਣਤੰਤਰ ਦਿਵਸ ਦੇ ਉੱਤੇ ਉਹਨੂੰ ਬੁਲਾ ਲਿਆ ਸੀਗਾ। ਉਹਦਾ ਵਿਰੋਧ ਹੋਇਆ ਵੀ ਸਾਡਾ ਸੁਤੰਤਰ ਦਿਵਸ ਉੱਤੇ ਸੁਤੰਤਰ ਦਿਵਸ ਬੁਲਾਇਆ, ਤੇ ਬੁਲਾਇਆ ਤੁਸੀਂ ਰਾਜਾਸ਼ਾਹੀ ਵਾਲੇ ਬੰਦੇ ਨੂੰ ਹੈਗਾ। ਇਹਦੀ ਕੀ ਤੁਕ ਬਣਦੀ ਹੈਗੀ ਆ? ਇਸੇ ਤਰ੍ਹਾਂ ਜੇ ਤੁਸੀਂ ਜਿਹੜਾ ਝੰਡਾ ਜਿਹੜਾ ਨੀਵਾਂ ਕਰ ਰਹੇ ਹੋ, ਇੱਕ ਰਾਣੀ ਲਈ ਕਰ ਰਹੇ ਹੋ, ਨਾ ਕਿ ਕਿਸੇ ਡੈਮੋਕ੍ਰੇਟਿਕ ਮੁਲਕ ਦੇ ਚੁਣੇ ਲਈ ਕਰ ਰਹੇ ਹੋ। ਪਹਿਲੀ ਗੱਲ ਤਾਂ ਇਹ ਕਿ ਕਦੇ ਹੋਰ ਕਿਸੇ ਡੈਮੋਕ੍ਰੇਟਿਕ ਮੁਲਕ ਦੇ, ਇਹ ਕਹਿੰਦੇ ਜੀ ਕਾਮਨਵੈਲਥ ਸਟੇਟਸ ਆ ਜਿਹੜੀਆਂ, ਉਹ ਸਾਰੀਆਂ ਇੱਕ ਸ਼ੋਕ ਮਨਾਉਣੀਆਂ। ਇਹਦੇ ਵਿੱਚ ਹਾਲੇ ਇਹ ਚੀਜ਼ ਹੈਗੀ ਆ ਵੀ ਉਹ ਇਹ ਦਲੀਲ ਦੇ ਰਹੇ ਨੇ ਸਿਰਫ ਆਪਣੀ ਦਲੀਲ ਲਈ। ਹਾਲਾਂਕਿ ਕੱਲ ਹੀ 2-3 ਦਿਨ ਪਹਿਲਾਂ ਹੀ ਮੋਦੀ ਨੇ ਜਦੋਂ ਰਾਜਪਥ ਦਾ ਨਾਂ ਬਦਲ ਕੇ ਕਰਤੱਵ ਪਥ ਰੱਖਿਆ, ਉਹ ਤਾਂ ਇਹ ਕਹਿ ਰਿਹਾ ਸੀ ਨਾ ਕਿ ਮੈਂ ਜਿੰਨੀਆਂ ਵੀ ਬਸਤੀਵਾਦ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਮਿਟਾਉਣਾ ਚਾਹੁੰਦਾ ਹੈਗਾ, ਤੇ ਬਸਤੀਵਾਦੀ ਸੋਚ ਦਾ ਮੁਜ਼ਾਹਰਾ ਹੁਣ ਕਰ ਦਿੱਤਾ। ਹੁਣ ਦੇਖੋ, ਇਹ ਇੰਡੀਆ ਨੇ ਡਿਸਾਈਡ ਕਰਨਾ, ਕਾਮਨਵੈਲਥ ਦਾ ਕੋਈ ਏਡਾ ਇਸ਼ੂ ਨਹੀਂ। ਉਹਦਾ ਕਾਰਨ ਕੀ ਹੈ ਕਿ ਇੰਡੀਆ ਨੇ ਮਤਲਬ ਆਪਣੀ ਅੰਡਰਸਟੈਂਡਿੰਗ ਕੀ ਰੱਖਣੀ ਆ। ਉਹ ਜਿਵੇਂ ਕਿ ਇੰਡੀਆ ਦੇ ਆਪਣੇ ਸੰਵਿਧਾਨ ਦੇ ਵਿੱਚ ਹੈ ਕਿ ਅਸੀਂ ਕਿਸੇ ਵੀ ਬਸਤੀਵਾਦ ਦੇ, ਕਿਸੇ ਵੀ ਜਿਹੜਾ ਰਾਜਾਸ਼ਾਹੀ ਦੀ ਮਾਨਸਿਕਤਾ ਦੇ ਉਲਟ ਹੈਗੇ ਆ। ਇਹ ਸਾਡਾ ਕੰਸਟੀਟਿਊਸ਼ਨ ਕਹਿ ਰਿਹਾ ਹੈਗਾ ਵੀ ਉਹ ਲੋਕਤੰਤਰ ਨੂੰ ਪਸੰਦ ਕਰਨ ਦੇ ਹੱਕ ਦੇ ਵਿੱਚ ਹੈ। ਹੁਣ ਜੇ ਮਹਾਰਾਣੀ ਜਿਹੜੀ ਪ੍ਰਤੀਕ ਹੀ ਇਹਦੀ ਹੈਗੀ ਆ, ਤੁਸੀਂ ਦੇਖੋ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਸੀ ਵੀ 52 ਤੱਕ ਤਾਂ ਬਹੁਤੇ ਲੋਕ ਕਹਿਣਗੇ ਵੀ ਤਾਂ 52 ਦੇ ਵਿੱਚ ਆਈ ਆ, ਤੇ ਇਸ ਤੋਂ ਪਹਿਲਾਂ ਤਾਂ ਭਾਰਤ ਨਾਲ ਇਹਦਾ ਕੀ ਚੱਕਰ ਸੀਗਾ। ਕੁਛ ਗੱਲਾਂ ਤੁਸੀਂ ਦੱਸ ਦਿੱਤੀਆਂ ਵੀ ਦਰਬਾਰ ਸਾਹਿਬ ਗਈ, ਉੱਥੇ ਸਿਰਫ ਮੱਛੀਆਂ ਪਸੰਦ ਆਈਆਂ, ਪਰ ਦਰਬਾਰ ਸਾਹਿਬ ਦੇ ਬਾਬਤ ਉਹਦਾ ਕੁਛ ਨਹੀਂ ਕਹਿਣਾ ਸੀਗਾ। ਜਲਿਆਂਵਾਲੇ ਬਾਗ ਚਲੀ ਗਈ ਹੈ,
ਪਰ ਉੱਥੇ ਜਾ ਕੇ ਸ਼ਹੀਦਾਂ ਦੇ ਬਾਰੇ ਇੱਕ ਸ਼ਬਦ ਨਹੀਂ ਇਹਨੇ ਬੋਲਿਆ। ਹਾਲਾਂਕਿ ਭਾਰਤ ਵਿੱਚ ਉਦੋਂ ਆਵਾਜ਼ ਉੱਠ ਰਹੀ ਸੀ ਵੀ ਮਾਫੀ ਮੰਗੇ ਇਹ, ਕਿਉਂਕਿ ਇਹ ਉਸੇ ਹੀ ਸਾਮਰਾਜ ਦੀ ਪ੍ਰਤੀਨਿਧਤਾ ਕਰ ਰਹੀ ਹੈ ਜਿਹੜੇ ਸਾਮਰਾਜ ਨੇ ਇਹ ਕੰਮ ਕੀਤਾ ਸੀਗਾ। ਪਰ ਹੁਣ ਬਰਤਾਨਵੀ ਸਾਮਰਾਜ ਨੂੰ ਜਿਹੜੇ ਲੀਡਰ ਸਾਡੇ ਸ਼ਰਧਾਂਜਲੀਆਂ ਦੇ ਰਹੇ ਨੇ, ਉਹ ਕਿਤੇ ਨਾ ਕਿਤੇ ਸਾਬਤ ਕਰਦੇ ਨੇ ਕਿ ਅਸੀਂ ਗਦਰੀਆਂ ਦੀ ਜਾਂ ਭਗਤ ਸਿੰਘ ਦੇ ਵਾਰਸ ਨਹੀਂ ਹੈਗੇ, ਬਲਕਿ ਉਹਨਾਂ ਦੇ ਉਲਟ ਇਹਨਾਂ ਲੋਕਾਂ ਦੀ ਵਾਰਸ ਹੈ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਹੈਗਾ। ਤੇ ਜੇਕਰ ਰਾਣੀ ਦੇ ਪੁਰਖਿਆਂ ਨੇ ਤਾਂ ਸਾਰਾ ਕੁਛ ਕੀਤਾ, ਪਰ ਜੇ ਆਪਾਂ ਰਾਣੀ ਦੇ ਉੱਤੇ ਝੱਟ ਪਾ ਲਈਏ 52 ਤੋਂ 60 ਦਰਮਿਆਨ, ਦੇਖੋ ਇਹਦਾ ਕਿਰਦਾਰ ਜੇ ਆਪਾਂ ਮੈਂ ਦਿਖਾਉਣਾ ਹੋਵੇ, 52 ਤੋਂ 60 ਤੱਕ ਅਮਰੀਕਾ ਦੇ ਵਿੱਚ ਅਫਰੀਕੀ ਮੁਲਕ ਨੇ ਜਿਹੜਾ ਕੀਨੀਆ, ਉਹਦੀ ਜ਼ਰਖੇਜ਼ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਾ ਮਕਸਦ ਦੇ ਨਾਲ ਕਾਫੀ ਸਾਰੇ ਲੱਖਾਂ ਦੀ ਗਿਣਤੀ 'ਚ ਕੀਨੀਆ ਵਾਸੀਆਂ ਨੂੰ ਉਜਾੜਿਆ ਗਿਆ, ਤਸੀਹੇ ਕੈਂਪ 'ਚ ਰੱਖਿਆ ਗਿਆ। ਵਿਰੋਧ ਦੇ ਵਿੱਚ ਜਿਹੜੀ ਛੋਟੀ ਮੋਟੀਆਂ ਬਗਾਵਤਾਂ ਸੀਗੀਆਂ ਉਹਨਾਂ ਨੂੰ ਵੀ ਜਿਹੜਾ ਕੁਚਲਿਆ ਗਿਆ, ਇਹ ਰਾਣੀ ਦਾ ਟਾਈਮ ਸੀਗਾ। 50 ਤੋਂ 53 ਦਰਮਿਆਨ ਕੋਰੀਆ ਦੇ ਵਿੱਚ ਜੰਗ ਹੋਈ, ਅਮਰੀਕੀ ਸਾਮਰਾਜੀਆਂ ਦੀ ਜਿਹੜੀ ਮਦਦ ਕੀਤੀ ਗਈ, 50,000 ਤੋਂ ਵੱਧ ਫੌਜੀ ਇਹਨਾਂ ਨੇ ਭੇਜੇ, ਇੱਕ ਸਾਰ ਰਾਣੀ ਦਾ ਸੀਗਾ, ਯਾਦ ਰੱਖੋ ਹੈ। ਤੇ ਇਸੇ ਜੰਗ ਦੇ ਵਿੱਚ 40 ਲੱਖ ਦੇ ਕਰੀਬ ਕੋਰੀਆਈ ਲੋਕਾਂ ਦਾ ਕਤਲੇਆਮ ਹੋਇਆ, ਇਹ ਰਾਣੀ ਦਾ ਟਾਈਮ ਸੀਗਾ। 53 ਦੀ ਗੱਲ ਕਰਦਾ, ਜਦੋਂ ਰਾਣੀ ਨੇ ਗੱਦੀ ਸਾਂਭੀ ਸੀਗੀ, ਮਤਲਬ ਸਾਲ ਕੀ ਹੋਇਆ ਸੀਗਾ, ਉਦੋਂ ਬਰਤਾਨੀਆ ਨੇ ਆਪਣੇ ਜਿਹੜੇ ਸਾਮਰਾਜੀ ਹਿੱਤਾਂ ਦੇ ਵਿੱਚ ਇਰਾਨ ਦੀ ਚੁਣੀ ਹੋਈ ਸਰਕਾਰ ਨੂੰ ਡੇਗਿਆ ਸੀਗਾ। 56 ਦੇ ਵਿੱਚ ਅਬਦੁਲ ਨਾਸਿਰ ਦੇ ਵੱਲੋਂ ਜਿਹੜਾ ਸੁਏਜ਼ ਨਹਿਰ ਦਾ ਕੌਮੀਕਰਨ ਕਰਨ ਦਾ ਮਸਲਾ ਆਇਆ ਸੀ, ਉਦੋਂ ਇਹਨਾਂ ਨੇ ਮਿਸਰ ਦੇ ਉੱਤੇ ਹਮਲਾ ਕੀਤਾ। 1970 ਤੋਂ ਲੈ ਕੇ 2000 ਦਰਮਿਆਨ ਤੁਸੀਂ ਦੇਖੋ ਕਿ ਉੱਤਰੀ ਆਇਰਲੈਂਡ ਦਾ ਜਿੰਨਾ ਵੀ ਉਹ ਆਇਰਿਸ਼ ਲੋਕਾਂ ਦਾ ਕਤਲੇਆਮ ਆ, ਉਹ ਆਜ਼ਾਦੀ ਮੰਗਦੇ ਸੀ, ਉਹਨਾਂ ਦੀ ਮੰਗ ਨੂੰ ਕੁਚਲਿਆ ਗਿਆ। ਫਿਰ 63 ਤੋਂ ਲੈ ਕੇ 70 ਤੱਕ ਦਾ ਟਾਈਮ ਆ, ਯਮਨ ਦਾ ਉੱਤੇ ਜੰਗ ਥੋਪੀ ਗਈ, ਇਹਦੇ ਵਿੱਚ 2 ਲੱਖ ਯਮਨੀ ਲੋਕ ਮਾਰੇ ਗਏ। ਕਿਹਦਾ ਯੋਗਦਾਨ ਹੈ ਤੁਸੀਂ ਸਮਝਦੇ ਹੋ। 2001 ਤੋਂ ਲੈ ਕੇ ਹੁਣ ਤੱਕ ਜਿਹੜਾ ਇਰਾਕ ਦੇ ਵਿਰੁੱਧ ਲੋਕਾਂ ਦਾ ਕਤਲੇਆਮ ਹੋਇਆ, 10 ਲੱਖ ਦੇ ਕਰੀਬ ਲੋਕ ਮਾਰੇ ਗਏ ਨੇ ਬੇਕਸੂਰ। ਇਹਦੇ ਵਿੱਚ ਅਮਰੀਕਾ ਦੇ ਆਪਰੇਸ਼ਨ ਦੇ ਵਿੱਚ ਬਰਤਾਨੀਆ ਵੀ ਸ਼ਾਮਲ ਸੀ, ਕਿਸੇ ਤੋਂ ਗੱਲ ਲੁਕੀ ਨਹੀਂ ਹੋਈ ਹੈਗੀ। 2001 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਜਦੋਂ ਜੰਗ ਥੋਪੀ ਗਈ, ਇਹਦੇ ਵਿੱਚ ਵੀ ਬਰਤਾਨੀਆ ਦੀ ਜਿਹੜੀ ਹੈਗੀ ਹੈ ਸਿੱਧੀ ਸਪੋਰਟ ਸੀਗੀ। ਫਿਰ ਤੁਸੀਂ ਦੇਖੋ ਲੀਬੀਆ ਦੇ ਉੱਤੇ, ਲੀਬੀਆ ਉੱਤੇ ਹਮਲਾ ਕਰਕੇ ਤਬਾਹੀ ਮਚਾਈ ਗਈ, ਪੂਰੇ ਮੁਲਕ ਨੂੰ ਤਹਿਸ਼-ਨਹਿਸ਼ ਕੀਤਾ ਗਿਆ, ਕਿਹਦਾ ਰਾਜ ਸੀਗਾ। ਤੇ ਇਸੇ ਤਰ੍ਹਾਂ ਹੀ ਜਿਹੜਾ ਐਲਿਜ਼ਾਬੈਥ ਦੀ ਜਿਹੜੀ ਇੱਕ ਛੋਟੀ ਜਿਹੀ ਮੈਂ ਝਲਕ ਦਿਖਾਈ ਹੈ ਤੁਹਾਨੂੰ, ਤੇ ਜੇਕਰ ਤੁਸੀਂ ਨਾ ਉਹ ਕਰ ਰਹੇ ਹੈਗੇ ਹੋ, ਸ਼ਰਧਾਂਜਲੀ ਦੇ ਰਹੇ ਹੋ, ਝੰਡਾ ਵੀ ਝੁਕਾ ਰਹੇ ਹੈਗੇ ਹੋ, ਤਾਂ ਤੁਸੀਂ ਯਾਦ ਰੱਖੋ ਜਿਹੜਾ ਭਾਰਤ ਦਾ ਕੰਸਟੀਟਿਊਸ਼ਨ ਕਹਿੰਦਾ ਵੀ ਅਸੀਂ ਸਮੇਂ-ਸਮੇਂ ਦੇ ਉੱਤੇ ਡੈਮੋਕ੍ਰੇਟਿਕ ਮੁਲਕਾਂ ਦੇ ਨਾਲ ਖੜਾਂਗੇ, ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਬਸਤੀਵਾਦ ਦਾ ਵਿਰੋਧ ਕਰਾਂਗੇ। ਸਾਡੇ ਮਤਲਬ ਅਸੂਲ ਨੇ, ਕੁਝ ਅਸੂਲ ਹੁੰਦੇ ਨੇ ਲਿਖਤੀ, ਕੁਝ ਹੁੰਦੇ ਨੇ ਸਾਡੇ ਵੈਲਿਊ ਸਿਸਟਮ ਹੈ, ਜਿਵੇਂ ਆਜ਼ਾਦੀ ਤੋਂ ਪਹਿਲਾਂ ਤਾਂ ਚੱਲੇ ਆ ਰਹੇ ਨੇ, ਇਹ ਉਹ ਸਾਰਿਆਂ ਨੂੰ ਤਲਾਜਲੀ ਦਿੰਦੇ ਨੇ। ਕਾਰਨ ਕੀ ਹੈ ਕਿ ਮੋਦੀ ਸਰਕਾਰ ਖੁਦ ਡੈਮੋਕ੍ਰੇਸੀ ਦੇ ਉਲਟ ਹੈਗੀ ਜੀ। ਸੋ ਇਹ ਹੈ ਜੀ ਮੋਦੀ ਸਰਕਾਰ ਦੀ ਡੈਮੋਕ੍ਰੇਸੀ ਅਪਰੋਚ। ਡਾਕਟਰ ਹਰਮਿੰਦਰ ਗਿੱਲ ਬੜੇ ਮਸ਼ਹੂਰ ਹੋਮੋਪੈਥ ਨੇ USA ਦੇ ਜੀ। ਤੁਸੀਂ ਇਹਨਾਂ ਨਾਲ 408 737 7100 408 73777100 ਦੇ ਉੱਤੇ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਕੈਨੇਡਾ ਅਮਰੀਕਾ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਦਵਾਈ ਭੇਜਦੀ ਕਰਦੇ, ਪੁਰਾਣੀ ਤੋਂ ਪੁਰਾਣੀ ਬਿਮਾਰੀ ਦਾ ਇਹ ਇਲਾਜ ਕਰਦੇ ਨੇ। ਗੁਰਿੰਦਰ ਗਰੇਵਾਲ ਕੰਸਟਰਕਸ਼ਨਸ ਵਾਲੇ, ਕਿਸੇ ਤਰ੍ਹਾਂ ਦੀ ਵੀ ਤੁਸੀਂ ਕੰਸਟਰਕਸ਼ਨ ਕਰਾਉਣੀ ਹੈ, ਐਡੀਸ਼ਨ ਕਰਾਉਣੀ ਹੈ ਜਾਂ ਰੈਨੋਵੇਸ਼ਨ ਕਰਾਉਣੀ ਹੈ ਤਾਂ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਵੀ ਆਪਣੇ ਵਪਾਰ ਨੂੰ ਵਧਾਵਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਨਾਲ ਐਡਵਰਟਾਈਜ਼ ਕਰ ਸਕਦੇ ਹੋ, ਅਤੇ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 'ਤੇ। ਹੁਣ ਥੋੜ੍ਹਾ ਜਿਹਾ ਗੁਰਦਾਸ ਮਾਨ ਦਾ ਮਾਮਲਾ ਵੀ ਰਿੜਕ ਲਈਏ, ਦੇ ਉੱਤੇ ਕਾਲਸ ਵੀ ਲਵਾਂਗੇ ਆਪਾਂ ਜੀ। ਦੇਖੋ ਗੁਰਦਾਸ ਮਾਨ ਦਾ ਜਿਹੜਾ ਨਾ ਇੱਕ ਤਾਜ਼ਾ ਇੱਕ ਗਾਣਾ ਆ, ਗਾਣੇ ਤੋਂ ਬਾਅਦ ਇੱਕ ਤਰ੍ਹਾਂ ਦਾ ਮਾਹੌਲ ਬਣ ਗਿਆ। ਕੁਛ ਲੋਕ ਤਾਂ ਉਹਦੇ ਪੱਖ ਦੇ ਵਿੱਚ ਨੇ, ਕੁਛ ਉਹਦੇ ਵਿਰੋਧ ਦੇ ਵਿੱਚ ਨੇ। ਇਹਦੇ ਵਿੱਚ ਹੁਣ ਹੋਇਆ ਕੀ ਹੈ ਕਿ ਤੁਹਾਨੂੰ ਯਾਦ ਹੋਣਾ ਵੀ ਜਦੋਂ ਅਮਿਤ ਸ਼ਾਹ ਨੇ ਹਿੰਦੀ ਨੂੰ ਪੂਰੇ ਭਾਰਤ ਦੀ ਜੇ ਕਿਹਾ ਵੀ ਭਾਰਤ ਅਡਾਪਟ ਕਰੇ, ਉਹਨਾਂ ਦਿਨਾਂ ਦੇ ਵਿੱਚ ਇਹਨੇ ਬਿਆਨ ਦਿੱਤਾ, ਹਿੰਦੀ ਪੱਖੀ ਬਿਆਨ ਸੀਗਾ, ਜਿਹਦੇ ਵਿੱਚ ਕਿਹਾ ਕਿ ਨਹੀਂ ਮਾਂ ਨਹੀਂ ਤਾਂ ਮਾਸੀ ਵੀ ਤਾਂ ਹੁੰਦੀ, ਉਹਨੂੰ ਵੀ ਤਾਂ ਹੋਣਾ ਚਾਹੀਦਾ, ਇੱਕ ਸੰਪਰਕ ਭਾਸ਼ਾ ਹੋਣੀ ਚਾਹੀਦੀ ਹੈ ਵਗੈਰਾ ਵਗੈਰਾ। ਉਹ ਦਲੀਲ ਦਿੱਤੀ, ਉਹਦੇ ਵਿੱਚ ਕਾਫੀ ਸਾਰੀਆਂ ਸਮੱਸਿਆਵਾਂ ਸੀਗੀਆਂ। ਪਰ ਹੁਣ ਚੱਕਰ ਕੀ ਆ ਕਿ ਗੁਰਦਾਸ ਮਾਨ ਨੇ ਜਿਹੜਾ ਗਾਣੇ ਵਿੱਚ ਕੀਤਾ ਨਾ, ਮੈਨੂੰ ਲੱਗਦਾ ਇੱਕ ਤਾਂ ਉਹਦਾ ਜਿਹੜਾ ਪਹਿਲਾ ਕੱਦ ਸੀਗਾ ਉਹ ਕੱਦ ਦੇ ਅਨੁਕੂਲ ਨਹੀਂ ਹੈਗਾ। ਤੇ ਉਹਦੇ ਵਿੱਚ ਕੀ ਹੋਇਆ ਕਿ ਜਿਵੇਂ ਸਿੰਘੂ ਬਾਰਡਰ ਤੇ ਮੁੰਡਿਆਂ ਨੇ ਵਿਰੋਧ ਕੀਤਾ, ਹੋਰ ਕੀਤਾ, ਇਹਨੇ ਆਪ ਹੀ ਗਾਲਾਂ ਗੂਲਾਂ ਕੱਢੀਆਂ ਸੀ ਜਿਹੜੀਆਂ ਬਾਹਰਲੇ ਦੇਸ਼ 'ਚ ਵੀ ਕੱਢ ਕੇ ਆਇਆ, ਤੇ ਹੁਣ ਕਿਹੜਾ ਘੱਟ ਕੀਤੀ ਹੈ।
ਉਹਦੇ ਵਿੱਚ ਉਹਨੂੰ ਜਸਟੀਫਾਈ ਕਰਨ ਲੱਗਿਆ ਹੋਇਆ। ਇਹ ਬਿਲਕੁਲ ਉਦਾਂ ਹੀ ਜਿਵੇਂ ਸਿੱਧੂ ਮੂਸੇਵਾਲਾ ਨਹੀਂ ਆਪਣੇ ਵਿਰੋਧੀਆਂ ਨੂੰ ਫਿਰ ਗਾਲਾਂ ਦਿੰਦਾ ਸੀ, ਤਾਨੇ ਮਿਹਣੇ ਦਿੰਦਾ ਸੀ, ਜਾਂ ਫਿਰ ਆਪਣੀਆਂ ਨਲਾਇਕੀਆਂ ਨੂੰ ਵੀ ਜਿਹੜਾ ਉਹ ਸਹੀ ਠਹਿਰਾਉਣ ਲਈ ਗੀਤ ਕੱਢਦਾ ਸੀ। ਮੈਨੂੰ ਇਹ ਲੱਗਦਾ ਕਿ ਦੰਗੇਲ ਸਾਹਿਬ ਇਹ ਜਿਹੜਾ ਪੋਸਟ ਟਰੁੱਥ ਦਾ ਦੌਰ ਚੱਲ ਰਿਹਾ ਨਾ, ਪੋਸਟ ਟਰੁੱਥ ਐਰਾ ਚੱਲ ਰਿਹਾ ਨਾ, ਉਹਦੇ ਵਿੱਚ ਅਸੀਂ ਇੱਕ ਸੱਚ ਨੂੰ ਜਿਹੜਾ ਹੈਗਾ, ਸੱਚ ਤੋਂ ਵੀ ਅਸੀਂ ਅਗਾਂਹ ਦੀ ਗੱਲ ਕਰ ਸਕਦੇ ਵੀ ਸੱਚ ਤੋਂ ਵੀ ਪਹਿਲਾਂ ਹੀ ਅਸੀਂ ਇੱਕ ਸੱਚ ਮਿਥ ਲੈਂਦੇ ਹਾਂ ਵੀ ਸੱਚ ਤੋਂ ਵੀ ਪਰਾਂ ਇੱਕ ਸੱਚ ਹੈਗਾ ਜਿਹਨੂੰ ਅਸੀਂ ਤਸੱਵਰ ਕਰਦੇ ਹਾਂ। ਸਾਨੂੰ ਲੱਗਦਾ ਹੈਗਾ ਵੀ ਬਸ ਇਹਨੂੰ ਫਿਰ ਜਸਟੀਫਾਈ ਕਰਨ ਦੇ ਲਈ ਨਾ ਅਸੀਂ ਫਿਰ ਤਰ੍ਹਾਂ ਦੇ ਡਰਾਮੇ ਕਰਦੇ ਹੈਗੇ ਆ। ਤੇ ਜਿਹੜਾ ਕੰਮ ਅੱਜ ਦੇ ਦੌਰ ਚੱਲ ਰਿਹਾ, ਹਾਲਾਂਕਿ ਮੈਂ ਇਹ ਆਸ ਮੈਨੂੰ ਗੁਰਦਾਸ ਮਾਨ ਤੋਂ ਤਾਂ ਨਹੀਂ ਸੀ ਵੀ ਮੂਸੇਵਾਲਾ ਤਾਂ ਚੱਲ 29 ਸਾਲ ਦਾ ਸੀਗਾ, ਉਹ ਤਾਂ ਉਸ ਪੋਸਟ ਟਰੁੱਥ ਐਰਾ 'ਚ ਜੀ ਰਿਹਾ ਸੀਗਾ। ਉਹ ਤਾਂ ਪੁਰਾਣਾ ਸਮੇਂ ਦਾ ਹੈਗਾ, ਇਹਦੀ ਉਮਰ 70 ਦੇ ਲਗਭਗ ਨੇੜੇ ਹੋਣ ਵਾਲੀ ਹੈਗੀ ਹੈ ਜਾਂ ਹੋਊਗੀ। ਤੇ ਇਹ ਬੰਦੇ ਕੋਲੋਂ ਘੱਟੋ ਘੱਟ ਆਸ ਨਹੀਂ ਰੱਖੀ ਜਾ ਸਕਦੀ ਸੀ। ਜਿਵੇਂ ਆਪਣੇ ਗਾਣਿਆਂ 'ਚ ਮਰ ਜਾਣਾ, ਫਲਾਨਾ ਢੀਂਗੜਾ ਕਰਦਾ, ਉਹ ਸਾਰਿਆਂ ਦੇ ਉਲਟ ਜਾਂਦਾ ਹੈਗਾ। ਹਾਲਾਂਕਿ ਇਹਦੇ ਗਾਣਿਆਂ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਆ, ਭਾਵੇਂ ਕਿ ਬਹੁਤ ਸਾਰੇ ਲੋਕ ਇਹਦੇ ਗਾਣਿਆਂ ਨੂੰ ਕਹਿੰਦੇ ਨੇ ਵੀ ਇਹ ਵੀ ਉੱਥੇ ਜਾਂਦਾ, ਸਾਧਾਂ ਦੇ ਜਾਂਦਾ ਜਾਂ ਫਲਾਨਾ ਕਰਦਾ, ਪਰ ਉਹਦੇ ਵਿੱਚ ਇੱਕ ਨਾ ਸੂਫੀ ਰੰਗ ਜਾਂ ਹੋਰ ਸਾਰਾ ਕੁਛ ਸੀਗਾ। ਪਰ ਉਹ ਇੱਕ ਡਿਫਰੈਂਟ ਗੱਲ ਹੈ। ਪਰ ਤੁਹਾਡਾ ਸਵਾਲ ਹੈਗਾ ਇਸ ਟੌਪਿਕ ਨਾਲ ਜੁੜਿਆ ਹੋਇਆ, ਇਹਦੇ ਵਿੱਚ ਉਹਨੇ ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹਨੇ ਜਿਹੜਾ ਬਿਆਨ ਦਿੱਤਾ ਸੀਗਾ, ਉਹ ਬਿਆਨ ਹੀ ਸਿੱਧੇ ਤੌਰ ਤੇ ਅਮਿਤ ਸ਼ਾਹ ਦੇ ਪੱਖ ਵਿੱਚ ਜਾ ਰਿਹਾ ਸੀਗਾ, ਕਿਉਂਕਿ ਉਹਦਾ ਪ੍ਰਸੰਗ ਇਹਨੂੰ ਪਤਾ ਹੀ ਨਹੀਂ ਸੀ, ਜਦੋਂ ਇਹਨੇ ਜਾਣ ਕੇ ਕੀਤਾ। ਕਿਉਂਕਿ ਲੋਕ ਤਾਂ ਕਹਿੰਦੇ ਵੀ ਰਾਜ ਸਭਾ ਦੀ ਟਿਕਟ ਭਾਲਦਾ ਸੀ ਬੰਦਾ। ਦੂਜੀ ਚੀਜ਼ ਹੈਗੀ ਹੈ, ਜੇ ਚਲੋ ਮੰਨ ਲਓ ਕਿ ਇਹਨੇ ਅਣਜਾਣ ਬੱਚਾ ਬਣ ਕੇ ਵੀ ਦਿੱਤਾ, ਤਾਂ ਵੀ ਉਹ ਬਿਆਨ ਜਿਹੜਾ ਹੈਗਾ ਸਿਆਸੀ ਮਾਇਨੇ ਤੌਰ ਤੇ ਗਲਤ ਜਾਂਦਾ ਹੈਗਾ। ਕਿਉਂਕਿ ਸਮਾਂ ਸਥਾਨ ਬਹੁਤ ਅਹਿਮੀਅਤ ਰੱਖਦਾ। ਜਦੋਂ ਇਹ ਗੱਲ ਕਹਿ ਰਿਹਾ, ਅਮਿਤ ਸ਼ਾਹ ਦੇ ਬੋਲਣ ਨੂੰ ਬਲ ਮਿਲ ਰਿਹਾ। ਦੂਜੀ ਚੀਜ਼, ਹਿੰਦੀ ਸਾਡੀ ਮਾਸੀ ਨਹੀਂ ਹੈਗੀ, ਇਹ ਧੱਕੇ ਨਾਲ ਸਾਡੇ ਮੂੰਹ 'ਚ ਪਾਇਆ ਜਾਂਦਾ ਹਿੰਦੀ। ਕਿਉਂਕਿ ਪੰਜਾਬੀ ਬਾਰੇ ਨਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ। ਇੱਕ ਸਾਡੇ ਇੱਥੇ ਹੁੰਦੇ ਸੀਗੇ ਲਹਿੰਦੇ ਪੰਜਾਬ ਤੋਂ ਕੁਝ ਵਿਦਵਾਨਾਂ ਨੇ ਤਾਂ ਇਹ ਵੀ ਕਿਹਾ ਵੀ ਜਿਹੜੀ ਇੱਕ ਡਿਬੇਟ ਆ ਵੀ ਸੰਸਕ੍ਰਿਤ ਜਿਹੜੀ ਜ਼ੁਬਾਨ ਹੈ ਉਹ ਕਈ ਸਾਰੀਆਂ ਜ਼ੁਬਾਨਾਂ ਦੀ ਮਾਂ ਹੈਗੀ ਆ, ਪਰ ਲਹਿੰਦੇ ਪੰਜਾਬ ਦੇ ਕੁਝ ਵਿਦਵਾਨਾਂ ਨੇ ਇਹ ਸਿੱਧ ਕੀਤਾ ਵੀ ਨਹੀਂ, ਸੰਸਕ੍ਰਿਤ ਹੈ ਜਿਹੜੀ ਨਾ ਉਹ ਅਸਲ ਵਿੱਚ ਪੰਜਾਬੀ ਸੰਸਕ੍ਰਿਤ ਤੋਂ ਪਹਿਲਾਂ ਹੋਈ ਆ। ਹਾਲਾਂਕਿ ਇਹ ਡਿਬੇਟ ਭਾਰਤ ਵਿੱਚ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ, ਲੇਕਿਨ ਪਾਕਿਸਤਾਨ ਦੇ ਵਿੱਚ ਇੱਕ ਤੋਂ ਵਿਦਵਾਨ ਨੇ ਇਹ ਕਿਹਾ ਵੀ ਸੰਸਕ੍ਰਿਤ ਤੋਂ ਵੀ ਤਕੜੀ ਸਾਡੀ ਪੰਜਾਬੀ ਜ਼ੁਬਾਨ ਆ ਜਿਹੜੀ ਪਹਿਲਾਂ ਆਈ ਹੋਈ ਹੈਗੀ ਆ। ਇਹ ਮਤਲਬ ਇਹ ਮੁੱਦੇ ਨੂੰ ਪੰਜਾਬੀ ਵਿੱਚ ਸਤਿੰਦਰ ਸਿੰਘ ਨੂਰ ਨੇ ਚੁੱਕਿਆ ਸੀਗਾ, 2007-8 ਚੁੱਕਿਆ ਸੀ। ਦੂਜੀ ਚੀਜ਼ ਹੈਗੀ ਹੈ ਕਿ ਸਾਡੇ ਇੱਥੇ ਕਈ ਸਾਰੇ ਪਟਿਆਲਾ ਯੂਨੀਵਰਸਿਟੀ ਤੋਂ ਵਿਦਵਾਨ ਹੁੰਦੇ ਸੀ, ਮੈਂ ਨਾਮ ਉਹਦਾ ਭੁੱਲ ਗਿਆ, ਜੋਸ਼ੀ ਸੀ ਪਿੱਛੇ ਸਰਨੇਮ। ਉਹਨਾਂ ਨੇ ਕੰਮ ਕੀਤਾ ਸੀਗਾ ਕਿ ਜਿਹੜੀ ਪੰਜਾਬੀ ਆ, ਪੰਜਾਬੀ ਦਾ ਸੰਸਕ੍ਰਿਤ ਨਾਲ ਵੱਧ ਜੁੜਾਅ ਹੈਗਾ ਹਿੰਦੀ ਨਾਲੋਂ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਉਹ ਬੱਚਾ ਕਹਿੰਦੇ ਆ ਸ਼ਬਦ ਹੈ, ਉਹ ਬਛਵਾ ਕਹਿੰਦੇ, ਆਪਾਂ ਬੱਚਾ ਕਹਿੰਦੇ ਆ। ਇਸੇ ਤਰ੍ਹਾਂ ਸੰਸਕ੍ਰਿਤ ਦਾ ਦੁੱਧ ਹੈ, ਹਿੰਦੀ ਵਿੱਚ ਤਾਂ ਦੁੱਧ ਬਣ ਜਾਂਦਾ, ਪਰ ਸਾਡੇ ਦੁੱਧ ਹੀ ਬਣਦਾ। ਮਤਲਬ ਦੁੱਧ ਤੇ ਦੁੱਧ ਇਹਦਾ ਇੱਕ ਨੇੜੇ ਦਾ ਰਿਸ਼ਤਾ। ਦੂਜੀ ਚੀਜ਼ ਇਹ ਹੈਗੀ ਆ ਕਿ ਭਾਰਤ ਦੇ ਵਿੱਚ ਨਾ, ਜਿਵੇਂ ਉਹ ਕਹਿੰਦਾ ਵੀ ਇੱਕ ਸੰਪਰਕ ਭਾਸ਼ਾ ਹੋਣੀ ਚਾਹੀਦੀ ਆ, ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਹਿੰਦੀ ਆ ਨਾ ਉਹ ਦੱਖਣ ਭਾਰਤ ਦੇ ਲੋਕਾਂ ਨੂੰ ਨਹੀਂ ਸਮਝ ਆਉਂਦੀ, ਜਮਾਂ ਹੀ ਨਹੀਂ ਸਮਝ ਆਉਂਦੀ ਜੀ। ਤਾਂ ਉੱਧਰ ਜਾਵੜੋ ਤੁਸੀਂ, ਉਹਨੂੰ ਆਪਣੀ ਰਾਸ਼ਟਰੀ ਬੋਲੀ ਮੰਨਣ ਨੂੰ ਤਿਆਰ ਨਹੀਂ ਹੈਗੇ। ਦੂਜੀ ਗੱਲ, ਇੱਕ ਆਪਣੇ ਸਰੋਤਿਆਂ ਨੂੰ ਦੱਸਦੇ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈਗੀ। ਇਹ ਨਾ ਇੱਕ ਭਰਮ ਹੈ, ਸਾਨੂੰ ਨਿੱਕੇ ਹੁੰਦੇ ਤੋਂ ਸਿਖਾਇਆ ਜਾਂਦਾ ਵੀ ਸਾਡੀ ਮਦਰ ਲੈਂਗੁਏਜ ਹੈਗੀ ਆ ਪੰਜਾਬੀ, ਸਾਡੀ ਰਾਸ਼ਟਰੀ ਲੈਂਗੁਏਜ ਹੈਗੀ ਆ ਹਿੰਦੀ। ਨੋ, ਗਲਤ ਹੈ। ਸੰਵਿਧਾਨ 'ਚ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਸਾਡੀ ਰਾਸ਼ਟਰੀ ਲੈਂਗੁਏਜ ਹਿੰਦੀ ਆ। ਸੰਵਿਧਾਨ 'ਚ ਲਿਖਿਆ ਹੋਇਆ ਵੀ ਸਾਡੀ ਇੱਕ ਜਿਹੜੀ ਆਫੀਸ਼ੀਅਲ ਭਾਸ਼ਾ ਜਿਹਦੇ ਵਿੱਚ ਅਸੀਂ ਕੰਮ ਕਰ ਸਕਦੇ ਹਾਂ, ਆਫੀਸ਼ੀਅਲ ਕੰਮ ਮਤਲਬ ਨੈਸ਼ਨਲ ਲੈਵਲ ਦੇ ਉੱਤੇ, ਉਹ ਦੋ ਨੇ। ਇੱਕ ਤਾਂ ਹੈਗੀ ਹਿੰਦੀ, ਇੱਕ ਹੈਗੀ ਅੰਗਰੇਜ਼ੀ। ਇਹ ਸਾਡੀ ਆਫੀਸ਼ੀਅਲ ਲੈਂਗੁਏਜ ਹੈ। ਇੱਕ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਭਾਸ਼ਾਵਾਂ ਨੇ ਜਿਨ੍ਹਾਂ ਦੀ ਕਿਸੇ ਸਮੇਂ ਗਿਣਤੀ 12 ਹੁੰਦੀ ਸੀਗੀ, ਹੁਣ ਉਹ ਪਹੁੰਚ ਕੇ 22-23 ਤੱਕ ਪਹੁੰਚ ਚੁੱਕੀ ਹੈ। ਉਹਦੇ ਵਿੱਚ ਸਾਡੀ ਪੰਜਾਬੀ ਵੀ ਸ਼ਾਮਲ ਹੈ। ਇੱਕ ਤਾਂ ਹੈਗੀ ਆ ਜਿਹਨੂੰ ਮਾਨਤਾ ਪ੍ਰਾਪਤ ਭਾਸ਼ਾਵਾਂ, ਇੱਕ ਭਾਸ਼ਾ ਹੈਗੀ ਹੈ ਮਾਨਤਾ ਪ੍ਰਾਪਤ ਸਾਡੀਆਂ ਕਈ ਸਾਰੀਆਂ ਲੈਂਗੁਏਜ ਨੇ ਪੰਜਾਬੀ ਸਮੇਤ। ਦੂਜੀ ਇਹ ਹੈਗੀ ਆ ਆਫੀਸ਼ੀਅਲ ਲੈਂਗੁਏਜ। ਇੱਥੇ ਰਾਸ਼ਟਰੀ ਭਾਸ਼ਾ ਦਾ ਦਰਜਾ ਕਿਸੇ ਵੀ ਭਾਸ਼ਾ ਨੂੰ ਨਹੀਂ ਮਿਲਿਆ ਹੋਇਆ। ਕਾਰਨ ਇਹ ਹੈਗਾ ਕਿ ਜਦੋਂ ਹਿੰਦੀ ਦੀ ਗੱਲ ਚੱਲਦੀ ਸੀ ਉਦੋਂ ਵਿਰੋਧ ਹੋਇਆ। ਦੱਖਣ ਭਾਰਤ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਵੱਡੀਆਂ ਮੂਵਮੈਂਟ ਚੱਲੀਆਂ। ਇਸ ਲਈ ਗੁਰਦਾਸ ਮਾਨ ਨੂੰ ਇਹ ਅਕਲ ਹੀ ਨਹੀਂ ਹੈਗੀ ਕਿ ਉਹ ਜਿਹੜਾ ਰਾਸ਼ਟਰੀ ਭਾਸ਼ਾ ਕਹਿ ਰਿਹਾ, ਰਾਸ਼ਟਰੀ ਭਾਸ਼ਾ ਭਾਰਤ ਦੀ ਕੋਈ ਨਹੀਂ ਹੈਗੀ। ਬਿਲਕੁਲ, ਹਜੇ ਤੱਕ ਤਾਂ ਰਾਸ਼ਟਰੀ ਭਾਸ਼ਾ ਨਹੀਂ। ਤਾਂਹੀਓ ਤਾਂ ਦੇਖੋ ਕਿੰਨੀਆਂ ਭਾਸ਼ਾਵਾਂ ਜਿਹੜੀਆਂ ਕਰੰਸੀ ਦੇ ਉੱਤੇ ਲਿਖੀਆਂ ਗਈਆਂ, ਨਹੀਂ ਤਾਂ ਫਿਰ ਇੱਕ ਭਾਸ਼ਾ ਹੀ ਹੁੰਦੀ।
ਇੱਕ ਭਾਸ਼ਾ ਹੁੰਦੀ ਉਹ ਹੋ ਵੀ ਨਹੀਂ ਸਕਦਾ, ਕਿਉਂਕਿ ਜਦੋਂ ਗੱਲ ਚੱਲੀ ਤਾਂ ਭਾਰਤ ਵਿੱਚ ਤਾਂ ਬਹੁਤ ਤਿੱਖਾ ਵਿਰੋਧ ਹੋਇਆ। ਉਸੇ ਟਾਈਮ ਦੀ ਗੱਲ ਹੈ ਜਦੋਂ ਸਾਡਾ ਸੰਵਿਧਾਨ ਬਣ ਰਿਹਾ ਸੀ ਨਾ, ਉਦੋਂ ਕੁਝ ਡਿਬੇਟਾਂ ਸਾਹਮਣੇ ਆਈਆਂ ਸੀ ਵੀ ਭਾਰਤ ਕਿਸ ਤਰ੍ਹਾਂ ਦਾ ਹੋਵੇ, ਫਿਰ ਇਹਦੀ ਜ਼ੁਬਾਨ ਕਿਹੜੀ ਹੋਵੇ, ਫਲਾਨਾ ਢਿੰਗੜਾ। ਉਦੋਂ ਮਤਲਬ ਜਦੋਂ ਹਿੰਦੀ ਦਾ ਕਿਸੇ ਨੇ ਜ਼ਿਕਰ ਕੀਤਾ ਤਾਂ ਕੁਝ ਲੀਡਰਾਂ ਨੇ, ਤਾਂ ਇਹਦਾ ਬਹੁਤ ਤਿੱਖਾ ਵਿਰੋਧ ਹੋਇਆ ਸੀ। ਸਾਡੀ ਕੋਈ, ਇਹ ਮੈਂ ਸਰੋਤਿਆਂ ਨੂੰ ਦੁਬਾਰੇ ਧਿਆਨ ਚ ਲਿਆ ਦਿਆਂ, ਸਾਡੇ ਸੰਵਿਧਾਨ ਦੇ ਵਿੱਚ, ਸਾਡੇ ਕੰਸਟੀਟਿਊਸ਼ਨ 'ਚ ਰਾਸ਼ਟਰੀ ਭਾਸ਼ਾ ਕੋਈ ਨਹੀਂ ਹੈਗੀ। ਇਹ ਮਤਲਬ ਇੱਕ ਧੱਕੇ ਨਾਲ ਸਾਡੇ ਮੂੰਹ 'ਚ ਪਾਇਆ ਜਾਂਦਾ। ਸਾਡੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਵੀ ਕਹਿ ਦਿੰਦੇ ਨੇ ਵੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ। ਇਹ ਧੱਕੇ ਨਾਲ ਬਣਾਉਣ ਦੀ ਕੋਸ਼ਿਸ਼ ਹੈ। ਸੰਵਿਧਾਨਕ ਤੌਰ ਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ, ਇਹ ਆਫੀਸ਼ੀਅਲ ਲੈਂਗੁਏਜ ਹੈ ਭਾਰਤ ਦੀ, ਜਿਵੇਂ ਹਿੰਦੀ ਤੇ ਅੰਗਰੇਜ਼ੀ ਹੈਗੀ ਹੈ। ਤੇ ਗੁਰਦਾਸ ਮਾਨ ਦੇ ਗਾਣੇ 'ਤੇ ਪ੍ਰੋਬਲਮ ਹੈਗੀ ਹੈ ਕਿ ਇੱਕ ਤਾਂ ਉਹਨੇ ਆਪਣੀ ਬੇਹੂਦਗੀ, ਆਪਣਾ ਹੰਕਾਰ, ਸਾਰਾ ਕੁਝ ਦਿਖਾਇਆ। ਦੂਜੀ ਗੱਲ ਹੈਗੀ ਕਿ ਭਾਈ ਤੈਨੂੰ ਤਾਂ ਜਿਹੜੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਛੋਟੀਆਂ ਭਾਸ਼ਾਵਾਂ ਨੂੰ ਮਾਰਨ ਲੱਗੀ ਹੋਈ ਹੈਗੀ ਹੈ, ਤੇ ਆਪਦੇ ਹਿੰਦੀ ਹਿੰਦੁਸਤਾਨ ਦਾ ਜਿਹੜਾ ਰਾਗ ਅਲਾਪ ਰਹੀ ਹੈਗੀ ਹੈ, ਜਿਹਦੇ ਵਿੱਚ ਹਿੰਦੀ ਭਾਸ਼ਾ ਦਾ ਵੀ ਉਹ ਫਿਰਕੂਕਰਨ ਕਰ ਰਹੀ ਹੈ, ਤਾਂ ਤੈਨੂੰ ਆਪਣੀ ਮਾਂ ਬੋਲੀ ਦੇ ਨਾਲ ਖੜਾ ਹੋਣਾ ਚਾਹੀਦਾ ਸੀ। ਤੈਨੂੰ ਮਾਂ ਬੋਲੀ ਛੱਡੋ, ਤੁਹਾਨੂੰ ਉਹਨਾਂ ਬੋਲੀਆਂ ਨਾਲ ਜਿਹੜੀਆਂ ਛੋਟੀਆਂ ਬੋਲੀਆਂ ਨੇ ਉਹਨਾਂ ਨਾਲ, ਜਿਹੜੀਆਂ ਕਿ ਸਥਾਨਕ ਬੋਲੀਆਂ ਨਾਲ ਖੜਾ ਹੋਣਾ ਚਾਹੀਦਾ ਸੀਗਾ। ਕਿਉਂਕਿ ਜਦੋਂ ਤੁਸੀਂ ਇਸ ਹਾਲਤ ਵਿੱਚ ਪੰਜਾਬੀ ਦੇ ਹੱਕ 'ਚ ਨਾਰਾ ਮਾਰਦੇ ਹੋ ਨਾ, ਉਦੋਂ ਫਿਰ ਨਾਰਾ ਇਕੱਲਾ ਪੰਜਾਬੀ ਦੇ ਹੱਕ 'ਚ ਨਹੀਂ ਹੁੰਦਾ, ਬਲਕਿ ਜਿੰਨੀਆਂ ਵੀ ਸਾਡੀਆਂ ਸਥਾਨਕ ਬੋਲੀਆਂ, ਜਿਹਨੂੰ ਮਾਂ ਬੋਲੀ ਦੇ ਹੱਕ 'ਚ ਹੁੰਦਾ। ਬਿਲਕੁਲ ਬਿਲਕੁਲ। ਆਪਾਂ ਕਾਲ ਲੈ ਲਈਏ ਜੀ, ਕਾਲ ਲੈ ਲਈਏ। 92-164 ਤੇ ਆਉਣੇ ਰੋ ਜੀ। ਸਤਿ ਸ੍ਰੀ ਅਕਾਲ। ਹਾਂਜੀ, ਧੰਨਵਾਦ ਸਾਹਿਬ। ਸੁੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਸਾਹਿਬ। ਜਿਹੜੀ ਆਪਣੇ ਗੁਰਦਾਸ ਮਾਨ ਦੀ ਗੱਲ ਚੱਲਦੀ ਹੈ, ਤੇ ਮੈਂ ਆਮ ਗੱਲ ਕਰਦਾ ਤੇ ਜਿੰਨੇ ਵੀ ਇਹ ਜਿਹੜੇ ਹੈਗੇ ਮਤਲਬ ਵੀ ਗਾਉਣ ਵਾਲੇ, ਜਿਵੇਂ ਕਹਿੰਦੇ ਨੇ ਵੀ ਅਸੀਂ ਮਾਂ ਬੋਲੀ ਨੂੰ ਪ੍ਰਚਲਿਤ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਜੀ, ਤੇ ਪਹਿਲਾਂ ਤੇ ਇਹਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਵੀ ਤੁਸੀਂ ਕਿਵੇਂ ਪ੍ਰਚਲਿਤ ਕਰਦੇ ਹੋ। ਤੁਸੀਂ ਤੇ ਉਹਦਾ ਦਿੱਤਾ ਖਾ ਰਹੇ ਹੋ। ਪ੍ਰਚਲਿਤ ਤੇ ਕੀਤਾ ਉਹਨਾਂ ਨੇ ਸੁੰਦਰ ਜੀ 14ਵੀਂ 16ਵੀਂ 13ਵੀਂ ਸਦੀ ਦੇ ਵਿੱਚ ਭਗਤ ਕਬੀਰ ਜੀ ਨੇ, ਬਾਬਾ ਫਰੀਦ ਜੀ ਨੇ, ਰਵਿਦਾਸ ਜੀ ਨੇ, ਕੁਛ ਹੋਰ ਭਗਤਾਂ ਜੀ, ਜਿਨ੍ਹਾਂ ਦੇ ਅੱਜ ਵੀ ਜਦੋਂ ਉਹ ਏਡੀ ਮਿੱਠੀ ਬੋਲੀ ਏ, ਫਰੀਦਾ ਸ਼ੱਕਰ ਖੰਡ ਨਵਾਦ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੂਜੋ ਤੋਂ, ਇਸ ਤਰ੍ਹਾਂ ਉਹਨਾਂ ਦੀ ਕੁਛ ਜਿਹੜੀ ਕਿ ਠੇਠ ਸ਼ਾਹਮੁਖੀ ਅਸਲ ਪੰਜਾਬੀ ਬੋਲੀ ਹੈ। ਉਹਨਾਂ ਨੇ ਉਦੋਂ ਇਸ ਨੂੰ ਪ੍ਰਚਲਿਤ ਕੀਤਾ, ਪਰ ਉਹਨਾਂ ਨੇ ਫਿਰ ਵੀ ਕਿਤੇ ਨਹੀਂ ਆਪਣੀ ਲਿਖਤ ਵਿੱਚ ਲਿਖਿਆ ਕਿ ਅਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ। ਦੇਖੋ ਕਿੰਨੀ ਮਹਾਨ ਹਸਤੀਆਂ ਪਹੁੰਚੀਆਂ ਹੋਈਆਂ, ਮਹਾਨ ਹਸਤੀਆਂ ਜਿਹੜੀਆਂ ਜਿਨ੍ਹਾਂ ਨੂੰ ਰੱਬ ਨਾਲ ਸਿੱਧੀਆਂ ਗੱਲਾਂ ਹੁੰਦੀਆਂ, ਉਹਨਾਂ ਵੀ ਨਹੀਂ ਕਿਹਾ ਕਿ ਅਸੀਂ ਮਾਂ ਬੋਲੀ। ਇਹ ਹੁਣ ਜਿਹੜਾ ਕੋਈ 4 ਗਾਣੇ ਲਿਖ ਲੈਂਦਾ, 4 ਗਾਣੇ ਗਾਉਂਦਾ, ਕਹਿੰਦਾ ਮੈਂ ਇਕੱਲੇ ਗੁਰਦਾਸ ਮਾਨ ਦੀ। ਬਾਜਵਾ ਸਾਹਿਬ, ਇਹਦੇ ਤੇ ਦੇਖੋ ਬਾਜਵਾ ਸਾਹਿਬ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਪੰਜਾਬੀ ਦੇ ਨਾਂ ਤੇ ਤੁਸੀਂ ਖਾਂਦੇ ਹੋ। ਕਿਸੇ ਪਿੰਡ ਆ ਕੇ ਤੁਸੀਂ ਕੋਈ ਟੂਟੀ ਨਹੀਂ ਲਵਾਈ ਹੋਣੀ, ਨਲਕਾ ਨਹੀਂ ਲਵਾਇਆ ਹੋਣਾ। ਮੈਂ ਤਾਂ ਇੱਕ ਗੱਲ ਕਹਿਣਾ, ਬਿਲਕੁਲ ਇੱਕ ਦੱਸ ਦਿਓ ਵੀ ਕਿਸੇ ਦੱਸ ਦਿਓ ਵੀ ਕਿਸੇ ਮਾਂ ਦੇ ਨਾਂ ਦਾ ਹੀ ਪੱਖਾ ਲਵਾਇਆ ਹੋਵੇ ਇਹਨਾਂ ਜਿੰਨੇ ਵੀ ਉੱਥੇ ਬੈਠੇ ਆ ਪੰਜਾਬ ਦੇ ਆਪਦੇ ਜੱਦੀ ਪੁਸ਼ਤੈਨੀ ਪਿੰਡ। ਸਭ ਗੱਲ ਤਾਂ ਇਹ ਹੈ, ਵੇਖੋ ਗੁਰਦਾਸ ਮਾਨ ਦੀ ਗੱਲ ਜਿਹੜੀ ਕਰਨੀ ਹੈ, ਤੁਸੀਂ ਵੇਖੋ, ਤੁਸੀਂ ਕਹਿਣਾ ਵੀ ਹਿੰਦੀ ਮਾਸੀ ਹਿੰਦੀ ਜ਼ਰੂਰੀ ਹੋਣੀ ਜ਼ਰੂਰੀ ਹੈ। ਉਹ ਭਲਿਆ ਲੋਕਾਂ, ਜਦੋਂ ਤੂੰ ਮਾਂ ਦੇ ਪੇਟ ਤੋਂ ਜੰਮਿਆ ਤੇ ਤੂੰ ਹਿੰਦੀ ਬੋਲਦਾ ਸੀ, ਪੰਜਾਬੀ ਬੋਲਦਾ ਸੀ। ਪੰਜਾਬੀ ਬੋਲੀ ਸਾਡੀ ਮਦਰ ਭਾਸ਼ਾ। ਹੁਣ ਜਿਵੇਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਜੀ, ਇਹ ਇਹਨਾਂ ਦੇ ਬੱਚੇ, ਜਿਵੇਂ ਸਾਡੇ ਬੱਚੇ ਕੋਈ ਨਹੀਂ ਪੜ੍ਹਦੇ, ਨਾ ਵੀ ਨਾ ਸਕੂਲੇ ਜਾਓ, ਇਹਨਾਂ ਇੰਗਲਿਸ਼ ਤਾਂ ਵੀ ਬੋਲਣੀ। ਇਹ ਅਸਲ ਵਿੱਚ ਕੁਦਰਤ ਦਾ ਨਿਯਮ ਹੈ ਕਿ ਜੋ ਕੁਛ ਹੈ ਨਾ ਬੱਚੇ ਦੇ ਅੰਦਰ, ਜੋ ਮਾਂ ਪਿਓ ਦਾ, ਉਹ ਕੁਦਰਤ ਪਹਿਲਾਂ ਹੀ ਉਹਦੇ ਵਿੱਚ ਨਿਯਮ ਫਿੱਟ ਕੀਤਾ ਹੈ। ਸਿਰਫ ਉਹਨੂੰ ਜਿਵੇਂ ਕੋਈ ਮਿਸਤਰੀ ਕਿਸੇ ਨੂੰ ਕੰਮ ਕਰਨਾ ਸਿਖਾਉਂਦਾ ਹੈ ਨਾ, ਇਸੇ ਤਰ੍ਹਾਂ ਮਾਂ ਬੱਚੇ ਨੂੰ ਫਿਰ ਹੌਲੀ ਹੌਲੀ ਉਹਨੂੰ ਬੋਲਣਾ, ਸਿਰਫ ਉਹਨੂੰ ਟ੍ਰੇਨ ਕਰ ਦਿੰਦੀ ਹੈ। ਲੇਕਿਨ ਕੁਦਰਤ ਨੇ ਉਹਦੇ ਅੰਦਰ ਉਹ ਪਾਇਆ ਹੋਇਆ, ਜਿਹਨੂੰ ਆਪਾਂ ਮਦਰ ਭਾਸ਼ਾ ਜਾਂ ਮਾਂ ਬੋਲੀ ਕਹਿੰਦੇ ਹਾਂ, ਉਹ ਬੱਚਾ ਕਿਸੇ ਵੀ ਦੇਸ਼ ਦਾ, ਕਿਸੇ ਵੀ ਬੋਲੀ ਦਾ, ਉਹ ਨਾ ਵੀ ਪੜ੍ਹੇ। ਇਸੇ ਤਰ੍ਹਾਂ ਸਾਡੀ ਜਿਹੜੀ ਹੈ ਮਾਂ ਬੋਲੀ ਪੰਜਾਬੀ ਹੈ, ਜਿਹੜੀ ਸਾਨੂੰ ਆਪਣੀ ਮਾਂ ਦੇ ਪੇਟ ਤੋਂ, ਮਦਰ ਤੋਂ ਮਿਲੀ ਹੈ। ਇਸ ਕਰਕੇ ਕੀ ਇਹਨਾਂ ਨੂੰ ਇਹ ਨਹੀਂ ਸਮਝ ਨਹੀਂ ਕਿ ਸਾਨੂੰ ਮਤਲਬ ਆਪਣੀ ਮਾਂ ਦੇ ਹੁੰਦਿਆਂ ਮਾਸੀ ਨੂੰ ਜ਼ਰੂਰੀ, ਮਾਸੀ ਇੱਕ ਰਿਸ਼ਤਾ ਹੈ, ਠੀਕ ਹੈ, ਮਿਲੇ ਨਾ ਮਿਲੇ ਤੇ ਨਾ ਮਿਲੇ। ਕਿੰਨੀਆਂ ਕਮਾਸੀਆਂ ਮਿਲ ਰਹੀਆਂ, ਕਿੰਨੀਆਂ ਕਮਾਸੀਆਂ ਨਾਲ ਪਿਆਰ ਹੈ ਲੋਕਾਂ ਦਾ, ਕੋਈ ਮਿਲਦਾ ਕੋਈ ਨਹੀਂ ਮਿਲਦਾ, ਬਹੁਤ ਚੰਗੀ ਗੱਲ ਹੈ। ਲੇਕਿਨ ਮਾਂ ਦੇ ਨਾਲ ਜੇ ਕੋਈ ਆਖੇ ਵੀ ਮਾਸੀ ਹੋਣੀ ਜ਼ਰੂਰੀ ਹੈ, ਤੇ ਇਹ ਗੱਲ ਬਿਲਕੁਲ ਨਹੀਂ। ਅਸਲ ਵਿੱਚ ਦਾਣੇ ਵਾਲੀ ਸਭ ਗੱਲ ਇਹ ਹੁਣ ਆ ਗਈ ਹੈ, ਇਹ ਲੱਗ ਗਈ ਹੈ ਵੇਖੋ ਵੇਖੀ ਦੌੜ। ਉਹ ਚਾਹੇ ਹੰਸਰਾਜ ਦੀ ਲਾ ਲਓ, ਚਾਹੇ ਦਲੇਰ ਮਹਿੰਦੀ ਦੀ ਲੈ ਲਓ, ਚਾਹੇ ਅਨਮੋਲ ਗਗਨਮਾਨ ਦੀ ਲੈ ਲਓ, ਯਾਨੀ ਮੇਰਾ ਕਹਿਣ ਦਾ ਭਾਵ ਹੈ ਜਿਹੜੇ ਗਾਉਣ ਵਾਲੇ ਬਿਲਕੁਲ ਜੀ। ਧੰਨਵਾਦ ਜੀ ਸਮਾਂ ਦੇਣ ਲਈ। ਆਹ ਗੱਲ ਹੈ, ਪ੍ਰਮੋਟ ਹੋ ਗਏ ਤੇ ਹੁਣ ਮਤਲਬ ਲੀਡਰ ਬਣਨਾ ਚਾਹੁੰਦੇ ਜੀ। ਧੰਨਵਾਦ, ਧੰਨਵਾਦ ਜੀ। ਸੋ ਅਗਲੀ ਕਾਲ ਸਾਡੇ ਨਾਲ ਖਾਲਸਾ ਜੀ ਜੁੜੇ ਹੋਏ ਨੇ। ਖਾਲਸਾ ਜੀ ਦੀ ਕਾਲ ਮੈਨੂੰ ਲੱਗਦਾ ਚਲੀ ਗਈ ਜੀ। ਸ਼ਿਵਿੰਦਰ ਜੀ,
ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੁੰਦਾ। ਠੀਕ ਭਾਈ ਸਾਹਿਬ ਨੇ ਵਧੀਆ ਬੋਲਿਆ। ਉਹ ਇਹ ਹੈਗਾ ਕਿ ਜਦੋਂ ਨਾ ਜਿਵੇਂ ਉਹ ਇਸ ਤਰ੍ਹਾਂ ਪੇਸ਼ ਕਰ ਰਿਹਾ ਵੀ ਜਿਵੇਂ ਮਾਂ ਬੋਲੀ ਦੇ ਵਿੱਚ ਹੱਕ 'ਚ ਨਾਅਰਾ ਲਾਉਣ ਦਾ ਮਤਲਬ ਹੈਗਾ ਵੀ ਦੂਜੀਆਂ ਬੋਲੀਆਂ ਦਾ ਵਿਰੋਧ ਕਰਨਾ। ਇਹ ਹਰਗਿਜ਼ ਨਹੀਂ ਹੈਗਾ। ਅਸਲ ਵਿੱਚ ਮੁੱਦਾ ਹੀ ਇਹ ਸੀਗਾ ਕਿ ਉਹਨੇ ਉਹ ਪ੍ਰਸੰਗ ਨਾਲੋਂ ਤੋੜ ਰਿਹਾ। ਮੁੱਦਾ ਸੀ ਕਿ ਅਮਿਤ ਸ਼ਾਹ ਨੇ ਜਿਹੜੀ ਸਟੇਟਮੈਂਟ ਦਿੱਤੀ ਸੀਗੀ ਉਹ ਸਟੇਟਮੈਂਟ ਸੀਗੀ ਖੇਤਰੀ ਜ਼ਬਾਨਾਂ ਦੇ ਉਲਟ ਜਾਂਦੀ ਹੋਈ, ਤੇ ਉਹਦਾ ਵਿਰੋਧ ਸੀਗਾ। ਉਹਦਾ ਵਿਰੋਧ ਹਮੇਸ਼ਾ ਹੀ ਹੋਏਗਾ। ਕੋਈ ਤੁਸੀਂ ਧੱਕੇ ਨਾਲ ਕਿਸੇ ਉੱਤੇ ਕੋਈ ਜ਼ਬਾਨ ਥੋਪ ਨਹੀਂ ਸਕਦੇ ਹੈਗੇ। ਦੇਖੋ ਮੈਂ ਇੱਕ ਸਿੰਪਲ ਜੀ ਗੱਲ ਕਰਾਂਗੀ, ਕੋਈ ਮੈਨੂੰ ਕਹੇਗਾ ਕਿ ਤੂੰ ਆਪਣੀ ਜ਼ਬਾਨ ਜਿਹੜੀ ਪੰਜਾਬੀ ਜ਼ਬਾਨ ਦੇ ਵਿੱਚ ਗੱਲ ਨਹੀਂ ਕਰਨੀ ਹੈਗੀ ਤੇ ਤੂੰ ਗੱਲ ਕਰਨੀ ਇੱਕ ਖਾਸ ਜ਼ਬਾਨ ਦੇ ਵਿੱਚ, ਮੈਂ ਉਹਦਾ ਵਿਰੋਧ ਕਰਾਂਗਾ। ਹਾਂ, ਜਦੋਂ ਮੇਰਾ ਮੂਡ ਹੋਊਗਾ ਤਾਂ ਮੈਂ ਆਪਣੇ ਮੂਡ ਦੇ ਵਿੱਚ ਭਾਵੇਂ 36 ਜ਼ਬਾਨਾਂ ਨੂੰ ਸਿੱਖਾਂ, ਠੀਕ ਹੈ, ਚਾਹੇ ਮੈਂ ਆਪਣੀ ਕਿੰਨੀਆਂ ਜ਼ਬਾਨਾਂ ਨੂੰ ਬੋਲਾਂ ਮੈਂ। ਪਰ ਜਦੋਂ ਕੋਈ ਮੈਨੂੰ ਧੱਕੇ ਨਾਲ ਕਹੇਗਾ ਵੀ ਤੂੰ ਆਹ ਜ਼ਬਾਨ ਨੂੰ ਜਿਹੜਾ ਹੈਗਾ ਹੀ ਬੋਲਣਾ ਹੈਗਾ ਤਾਂ ਉਹਦਾ ਵਿਰੋਧ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਅਮਿਤ ਸ਼ਾਹ ਧੱਕੇ ਨਾਲ, ਬਿਲਕੁਲ ਧੱਕੇ ਨਾਲ ਨਹੀਂ ਤੁਸੀਂ ਕਹਿ ਸਕਦੇ, ਧੱਕੇ ਨਾਲ ਤਾਂ ਜੈ ਹਿੰਦ ਨਹੀਂ ਖਵਾ ਸਕਦੇ ਕਿ। ਹਾਂ, ਇਸੇ ਤਰ੍ਹਾਂ ਜਿਹੜਾ ਨਾ ਇੱਕ ਸਾਇੰਟੀਫਿਕ ਢੰਗ ਵੀ ਹੈ। ਸਾਡੇ ਉਰੇ ਬਹੁਤ ਅੱਛੇ ਰਾਈਟਰ ਹੁੰਦੇ ਸੀਗੇ, ਟੀ.ਆਰ. ਸ਼ਰਮਾ, ਉਹ ਹੁਣ ਸਾਡੇ ਵਿਚਕਾਰ ਨਹੀਂ ਰਹੇ। ਬਹੁਤ ਪਹਿਲਾਂ ਯਾਦ ਹੋਵੇ ਸਾਡੇ ਸਰੋਤਿਆਂ ਨੂੰ, ਉਹਨਾਂ ਨੇ ਸਾਰਾ ਜ਼ੋਰ ਹੀ ਉਹਨਾਂ ਦਾ ਇਸ ਚੀਜ਼ ਸੀ। ਬਹੁਤ ਅੱਛੇ ਮਨੋਵਿਸ਼ਲੇਸ਼ਣ ਦੇ ਵਿਸ਼ੇ ਤੇ ਲਿਖਣ ਵਾਲੇ ਸੀ ਤੇ ਮਾਤ ਭਾਸ਼ਾ ਦੇ ਵਿਸ਼ੇ ਤੇ ਉਹਨਾਂ ਨੇ ਘੱਟੋ ਘੱਟ ਮੇਰੇ ਕੋਲ 60 ਤੋਂ ਉੱਤੇ ਕਿਤਾਬਾਂ ਲਿਖੀਆਂ ਨੇ। ਉਹਨਾਂ ਦਾ ਸਾਰਾ ਜ਼ੋਰ ਹੀ ਇਹੀ ਸੀਗਾ ਵੀ ਪੰਜਾਬੀ ਜ਼ੁਬਾਨ ਆ ਨਾ ਜਿਹੜੀ, ਪਹਿਲੀਆਂ 5 ਜਮਾਤਾਂ ਤੱਕ ਪੰਜਾਬੀ ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਕਿਉਂਕਿ ਉਹਦਾ ਕਾਰਨ ਹੈ ਕਿ ਬੱਚਾ ਦੀ ਬੁਨਿਆਦ ਜਿਹੜੀ ਮਜ਼ਬੂਤ ਹੁੰਦੀ ਆ ਆਪਣੀ ਮਦਰ ਭਾਸ਼ਾ ਦੇ ਵਿੱਚ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਬਹੁਤ ਸਾਲ ਪਹਿਲਾਂ ਇੱਕ ਵਿਅਕਤੀ ਦੀ ਗੱਲ ਪੜ੍ਹੀ ਸੀ, ਉਹ ਕਹਿੰਦਾ ਮੈਂ ਕਿਸੇ ਦੂਜੀ ਲੈਂਗੁਏਜ ਦੇ ਵਿੱਚ PhD ਕੀਤੀ ਤੇ ਮੈਂ ਕਹਿੰਦਾ PhD ਜਦੋਂ ਕੀਤੀ ਤਾਂ ਮੈਂ ਕਹਿੰਦਾ ਬਿਲਕੁਲ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਹਿ ਕੇ ਕੀਤੀ। ਪਰ ਕਹਿੰਦਾ ਮੈਂ ਵੇਖਿਆ, ਕਹਿੰਦਾ ਘਰੇ ਉਹ ਸੁਆਣੀ ਜਿਹੜੀ ਸੀ ਉਹ ਕਹਿੰਦੀ ਦੁੱਧ ਰੱਖ ਗਈ ਉਬਾਲਾ ਦੇਣ ਨੂੰ, ਤੇ ਜਦੋਂ ਕਹਿੰਦਾ ਦੁੱਧ ਬਾਹਰ ਆਉਣ ਲੱਗਿਆ ਤੇ ਮੈਨੂੰ ਉਹ ਸ਼ਬਦ ਨਹੀਂ ਲੱਭਿਆ ਸੀ। ਤੇ ਕਹਿੰਦਾ ਨਿੱਕਾ ਜਿਹਾ ਜਵਾਕ ਆਇਆ, ਉਹਨੇ ਆਪਦੀ ਮਾਂ ਨੂੰ ਆਵਾਜ਼ ਮਾਰੀ, ਮਾਂ ਦੁੱਧ ਬੋਲ ਰਿਹਾ। ਕਹਿੰਦਾ ਫਿਰ ਉਹਨੇ ਉਸ ਚੀਜ਼ ਦੇ ਉੱਤੇ ਲਿਖਿਆ ਕੋਈ ਵੀ ਵਿਅਕਤੀ ਆਪਦੀ ਮਾਂ ਬੋਲੀ ਤੋਂ ਵੱਧ ਕਿਸੇ ਵੀ ਬੋਲੀ ਦੇ ਵਿੱਚ ਜਿਹੜਾ ਉਹ ਗਿਆਨ ਨਹੀਂ ਪ੍ਰਾਪਤ ਕਰ ਸਕਦਾ, ਉਹ ਮਾਂ ਬੋਲੀ ਤੋਂ ਉੱਤੇ ਦੂਜੀ ਬੋਲੀ ਦੇ ਵਿੱਚ ਉਹ ਐਕਸਪਰਟ ਨਹੀਂ ਹੋ ਸਕਦਾ। ਮੈਨੂੰ ਜੇ ਤੁਸੀਂ ਟਾਈਮ ਦਿਓ ਮੈਂ ਥੋੜੇ ਜਿਹੇ 2 ਵਾਕਿਆ ਸੁਣਾਵਾਂਗਾ। ਜੇ ਆਪਾਂ ਖਾਲਸਾ ਜੀ ਦੀ ਕਾਲ ਲੈ ਲਈਏ, ਫਿਰ ਆਪਾਂ ਇਜਾਜ਼ਤ ਲੈ ਲਾਂਗੇ ਨਾ ਉਹਨਾਂ ਤੋਂ। ਹਾਂਜੀ ਖਾਲਸਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਤਿਵਾੜੀ ਸਾਹਿਬ ਤੇ ਸ਼ਿਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਭਗਵੰਤ ਨਾ ਸਾਰੀ ਆਪਣੇ ਗੁਰਦਾਸ ਮਾਨ ਨੂੰ ਇਹ ਭਰਮ ਸੀਗਾ ਵੀ ਮੈਂ ਹਰਮਨ ਪਿਆਰਾ ਪੰਜਾਬੀ ਲੋਕਾਂ ਦੇ ਵਿੱਚ, ਵੀ ਮਾਂ ਬੋਲੀ ਨੂੰ। ਔਰ ਜੋ ਉਹਨੇ ਹਿੰਦੀ ਦੀ ਗੱਲ ਕੀਤੀ ਸੀ ਉਹ ਅਮਿਤ ਸ਼ਾਹ ਦੇ ਉਹਦੇ ਕੋਲ ਹਾਜ਼ਰੀ ਲਵਾਉਣਾ ਚਾਹੁੰਦਾ ਸੀ। ਉਹ ਭੁਲੇਖਾ ਉਹਦਾ ਦੂਰ ਹੋ ਗਿਆ ਤੇ ਹੁਣ ਅਜੇ ਪਤਾ ਨਹੀਂ ਉਹਦੇ ਮਨ 'ਚ ਕੀ ਹੈ ਤੇ ਕੀ ਨਹੀਂ। ਲੇਕਿਨ ਜੋ ਉਹ ਇੱਥੇ ਜੋ ਕੁਝ ਵੈਨਕੂਵਰ ਵਿੱਚ ਹੋਇਆ, ਤੁਸੀਂ ਸਭ ਕੁਝ ਜਾਣਦੇ ਹੋ, ਤੇ ਉਹ ਨਹੀਂ ਸੀ ਉਹਨੂੰ ਕਰਨਾ ਚਾਹੀਦਾ। ਉਹਨੂੰ ਉਦੋਂ ਹੀ ਮਾਫ਼ੀ ਮੰਗ ਲੈਣੀ ਚਾਹੀਦੀ ਸੀ, ਕਿਉਂਕਿ ਸਾਊਥ ਵਿੱਚ ਦੇਖੋ ਮੈਨੂੰ ਰਹਿਣ ਦਾ ਬੜਾ ਮੌਕਾ ਮਿਲਿਆ। ਉੱਥੇ ਜਦੋਂ ਹਿੰਦੀ ਲਿਖ ਦਿੱਤੀ ਨਾ ਆਪਣੇ ਮੀਲ ਪੱਥਰਾਂ ਤੇ, ਮਾਈਲਸਟੋਨ ਤੇ, ਤਾਂ ਉਹਨਾਂ ਨੇ ਉਹਦੇ ਤੇ ਲੁੱਕ ਫੇਰ ਦਿੱਤੀ ਸੀ। ਮੈਨੂੰ ਅੱਛੀ ਤਰ੍ਹਾਂ ਯਾਦ ਹੈ। ਸਾਊਥ ਵਿੱਚ ਨਹੀਂ ਇਸ ਗੱਲ ਮੰਨਣਾ, ਤੇ ਨਾ ਅਸਾਮੀਆਂ ਨੇ ਮੰਨਣਾ, ਨਾ ਮਨੀਪੁਰ ਵਾਲਿਆਂ ਨੇ ਮੰਨਣਾ, ਨਾ ਬੰਗਲਾ ਵਾਲਿਆਂ ਨੇ ਮੰਨਣਾ, ਨਾ ਊੜੀਆ ਵਾਲਿਆਂ ਨੇ, ਤੇ ਨਾ ਹੀ ਮਰਾਠਿਆਂ ਨੇ। ਮੈਂ ਤੁਹਾਨੂੰ ਦੱਸਾਂ ਤੇ ਨਾ ਨੇ। ਤੇ ਮੈਂ ਇੱਕ ਗੱਲ ਜਿਹੜੀ ਹੈ, ਅਗਲਾ ਸਵਾਲ ਮੇਰਾ ਬੜਾ ਇੰਪੋਰਟੈਂਟ ਹੈ, ਕਿਉਂਕਿ ਸਿਕਿਉਰਿਟੀ ਫੋਰਸਿਸ ਤੋਂ ਰਹਿ ਜਾਂਦਾ ਹੈ, ਲੇਕਿਨ ਪੱਤਰਕਾਰ ਉਹ ਝੂਠੇ ਦੇ ਘਰ ਸਹੀ ਪਹੁੰਚ ਜਾਂਦੇ ਆ। ਹੁਣ ਜਿਵੇਂ ਮੁਸਲਮਾਨਾਂ ਨਾਲ ਵਰਤਾਅ ਹੋ ਰਿਹਾ ਤੇ ਦੂਜੇ ਜਿਹੜੇ ਘੱਟ ਗਿਣਤੀਆਂ ਉਹ ਦੇਖ ਰਹੇ ਨੇ, ਤੇ ਵਾਰੀ ਉਹਨਾਂ ਦੀ ਵੀ ਆਊਗੀ। ਤੇ ਜੇ ਦੇਖਦੇ ਰਹੇ, ਜੇ ਨਾ ਇਕੱਠੇ ਹੋਏ ਤੇ ਫਿਰ ਦੇਖ ਲਓ। ਇਹਦੇ ਬਾਰੇ ਜ਼ਰੂਰ ਦੱਸੋ ਜੀ। ਅੱਗੇ ਆਹ 2 ਗੱਲਾਂ ਕਰਕੇ ਫਿਰ ਤੁਹਾਨੂੰ ਅਗਲੀ ਵਾਰੀ ਜਵਾਬ ਦੇਵਾਂਗੇ ਜੀ। ਦੱਸੋ ਜੀ 2, ਆਪਾਂ ਫਿਰ ਡਾਕਟਰ ਸ਼ਿੰਦਰ ਕੌਰ ਹੋਰਾਂ ਨੇ ਵੀ ਆਉਣਾ ਜੀ। ਹਾਂਜੀ, ਦੇਖੋ ਇਹਨਾਂ ਦਾ ਇੱਕੋ ਹੀ ਜਿਹੜਾ ਸਵਾਲ ਸੀਗਾ ਉਹ ਸੀਗਾ ਕਿ ਘੱਟ, ਜਿਹੜਾ ਬਾਕੀ ਸਾਰੀਆਂ ਤਾਂ ਗੱਲਾਂ ਠੀਕ ਨੇ, ਇਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਜੋ ਘੱਟ ਗਿਣਤੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਬੁਲੰਦ ਕਰਦੀਆਂ ਦੂਜੀਆਂ ਘੱਟ ਗਿਣਤੀਆਂ। ਦੇਖੋ ਮੇਰਾ ਮੰਨਣਾ ਹੈਗਾ ਕਿ ਜਿਹੜੇ ਹੱਕਾਂ ਲਈ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ, ਕਿਉਂਕਿ ਨਹੀਂ ਫਿਰ ਤੁਸੀਂ ਇਕੱਲੇ ਕੁੱਟੇ ਜਾਓਗੇ। ਜਦੋਂ ਇਕੱਠੇ ਹੋਵੋਗੇ ਫਿਰ ਤੁਸੀਂ ਉਹਦਾ ਮੁਕਾਬਲਾ ਵਧੀਆ ਢੰਗ ਨਾਲ ਕਰ ਸਕਦੇ ਹੋ। ਪੰਜਾਬ 'ਚ ਕੋਸ਼ਿਸ਼ ਹੋ ਰਹੀ ਹੈ ਕਿ ਸਿੱਖਾਂ ਨੂੰ ਮੁਸਲਮਾਨਾਂ ਤੇ ਕ੍ਰਿਸਚਨ ਦੇ ਉਲਟ ਖੜਾ ਕਰਨ ਦੀ। ਸਾਨੂੰ ਉਸ ਬਿਰਤਾਂਤ ਨੂੰ ਫੇਲ ਕਰਨਾ ਚਾਹੀਦਾ। ਮਾਂ ਬੋਲੀ ਬਾਰੇ ਇੱਕੋ ਹੀ ਗੱਲ ਕਹਾਂਗਾ ਕਿ ਰਸੂਲ ਹਮਜ਼ਾ ਤੋਪ ਦਾ ਮੇਰਾ ਦਾਗਿਸਤਾਨ ਕਿਸੇ ਨੇ ਪੜ੍ਹਿਆ ਹੋਣਾ, ਉਹਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਇੱਕ ਮਾਂ ਨੂੰ ਇੱਕ ਵਿਅਕਤੀ ਮਿਲਦਾ, ਉਹ ਮਾਂ ਨੂੰ ਜਿਹਦਾ ਮੁੰਡਾ ਕਈ ਸਾਲ ਉੱਥੋਂ ਵਿਛੜ ਚੁੱਕਾ ਸੀਗਾ ਜਾਂ ਕਿਤੇ ਬਾਹਰ ਸੀਗਾ, ਤੇ ਉਹਨੂੰ ਦੱਸਦਾ ਵੀ ਮੈਂ ਤੇਰੇ ਮੁੰਡੇ ਨੂੰ ਮਿਲ ਕੇ ਆਇਆ ਹੈਗਾ ਤੇ ਉਹ ਬੜਾ ਵਧੀਆ ਚੰਗਾ ਵਾ, ਚੰਗਾ ਕੰਮ ਕਰਨ ਲੱਗਿਆ ਹੋਇਆ। ਤਾਂ ਉਹ ਕਹਿੰਦਾ ਉਹਨੇ ਤੇਰੇ ਲਈ ਪਿਆਰ ਭੇਜਿਆ ਵਾ, ਮੁਹੱਬਤ ਭੇਜੀ ਆ। ਮਾਂ ਕਹਿੰਦੀ ਵੀ ਚੰਗਾ, ਫਿਰ ਮੇਰਾ ਮੁੰਡਾ ਨੇ
ਕਿਹੜੀ ਜ਼ੁਬਾਨ 'ਚ ਗੱਲ ਕੀਤੀ ਸੀਗੀ ਤੇਰੇ ਨਾਲ ਹੈ। ਉਹ ਕਹਿੰਦਾ ਮੈਨੂੰ ਬੜਾ ਦੁੱਖ ਹੈ ਕਿ ਤੇਰਾ ਮੁੰਡਾ ਆਪਣੀ ਮਾਂ ਬੋਲੀ ਭੁੱਲ ਚੁੱਕਾ, ਕਿਉਂਕਿ ਉਹਨੇ ਮੇਰੇ ਨਾਲ ਹੋਰ ਗੈਰ ਬੋਲੀ ਦੇ ਵਿੱਚ ਗੱਲ ਕੀਤੀ ਆ, ਜਿਹੜੀਆਂ ਗੱਲਾਂ ਕੀਤੀਆਂ ਤਾਂ ਮਾਂ ਉਸ ਸਮੇਂ ਲੰਮਾ ਸਾਰਾ ਘੁੰਡ ਕੱਢ ਲੈਂਦੀ ਆ। ਦਾਗਿਸਤਾਨ ਦੇ ਵਿੱਚ ਘੁੰਡ ਕੱਢਣ ਦਾ ਮਤਲਬ ਹੁੰਦਾ ਜਦੋਂ ਮੁੰਡਾ ਮਰ ਜਾਂਦਾ ਜੀ। ਇਦੋਂ ਵੱਡੀ ਗੱਲ ਹੋਰ ਕੀ ਹੋਏਗੀ। ਸੋ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਸ਼ੁਕਰੀਆ ਜੀ। ਇਹ ਸਨ ਸ਼ਵਿੰਦਰ ਹੋਰੀ, ਤੇ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਜ਼ਰੂਰ ਕਮੈਂਟ ਤੇ ਸ਼ੇਅਰ ਕਰਨਾ। ਅਗਲੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਨਗੇ ਡਾਕਟਰ ਸ਼ਿੰਦਰ ਕੌਰ ਹੋਰੀ। ਫਿਲਹਾਲ ਇੱਕ ਬ੍ਰੇਕ ਦਾ।